ਭਾਰਤੀ ਜਿਹੜੇ ਅਮਰੀਕਾ ਦੇ ਵਿੱਚ ਵਸ ਰਹੇ ਨੇ ਤੇ ਅਮਰੀਕਨਸ ਦੀ ਇਸ ਵੇਲੇ ਇਸ ਵਾਰ ਬਾਰੇ ਕੀ ਸੋਚ ਹੈ? ਜਿਹੜੇ ਭਾਰਤੀ ਵਸ ਰਹੇ ਆ ਨਾ ਅਮਰੀਕਾ ਦੇ ਵਿੱਚ, ਉਹਨਾਂ ਦੀ ਸੋਚ ਕੋਈ ਦੁਨੀਆ ਦੇ ਨਾਲੋਂ ਵੱਖਰੀ ਨਹੀਂ ਆ। ਦੁਨੀਆ ਦੇ ਨਾਲੋਂ ਵੱਖਰੀ ਇਸ ਕਰਕੇ ਨਹੀਂ ਆ ਕਿਉਂਕਿ ਇਸ ਸਮੇਂ ਜਿਹੜੀ ਪਹਿਲਾਂ ਜਿੰਨੀਆਂ ਵੀ ਸੰਸਾਰ ਦੇ ਵਿੱਚ ਜੰਗਾਂ ਲੜੀਆਂ ਗਈਆਂ ਨਾ, ਉਦੋਂ ਇੱਕ ਚੀਜ਼ ਮਿਸ ਸੀ ਜਿਹੜੀ ਅੱਜ ਪੂਰੀ ਦੁਨੀਆ ਦੇ ਵਿੱਚ ਆ, ਉਹ ਹੈ ਸੋਸ਼ਲ ਮੀਡੀਆ। ਜਿਹੜੇ ਲੋਕ ਉੱਥੇ ਮਰ ਰਹੇ ਆ, ਜਿਹੜੇ ਉੱਥੇ ਬੱਚਿਆਂ ਦੇ ਉੱਤੇ ਕਿਹਦੇ ਨੇ ਹਮਲੇ ਹੋ ਰਹੇ ਆ ਜਾਂ ਕਿਸੇ ਵੀ ਜਗ੍ਹਾ ਦੇ ਉੱਤੇ ਬੰਬ ਸਿੱਟਿਆ ਜਾਂਦਾ, ਕਿਉਂਕਿ ਬੰਬ ਕਿਸੇ ਦਾ ਨਾਂ ਜਾਂ ਪਤਾ ਪੁੱਛ ਕੇ ਤਾਂ ਡਿੱਗਦਾ ਨਹੀਂ ਹੈ, ਉਹ ਜਿੱਥੇ ਵੀ ਡਿੱਗਣਾ ਉਹਨੇ ਨੁਕਸਾਨ ਕਰਨਾ ਹੈ। ਲੋਕ ਨੇ ਜਿਹੜੇ ਲੋਕ ਖੂਨ ਖਰਾਬਾ ਨਹੀਂ ਚਾਹੁੰਦੇ ਅੱਜ ਦੀ ਘੜੀ। ਲੋਕ ਇਹ ਚਾਹੁੰਦੇ ਚਾਹੇ ਤੁਸੀਂ ਪੋਲੀਟੀਕਲੀ ਕਰੈਕਟ ਹੋ ਚਾਹੇ ਇਨਕਰੈਕਟ ਹੋ, ਵੀ ਇਹ 'ਚ ਆਮ ਲੋਕਾਂ ਦਾ ਨੁਕਸਾਨ ਨਾ ਹੋਵੇ। ਪਹਿਲੇ 4 ਦਿਨ ਤਕਰੀਬਨ 4 ਦਿਨ ਜਾਂ 5 ਦਿਨ US ਵੀ ਚੁੱਪ ਰਿਹਾ ਹੈ ਸ਼ਾਇਦ ਇਸ ਵਾਰ ਦੇ ਉੱਤੇ। ਉਹਦੇ ਬਾਰੇ ਕਿਸ ਤਰ੍ਹਾਂ ਦੇ ਪ੍ਰਤੀਕਰਮ ਨੇ ਜੀ? 4 ਦਿਨ ਉਹਨਾਂ ਨੇ ਲਏ ਆ, ਉਹਦੇ ਵਿੱਚ ਇਹ ਨਹੀਂ ਵੀ ਇਹਨਾਂ ਨੇ ਚੁੱਪੀ ਸਾਧੀ ਸੀ। ਦੇ ਵਰ ਐਕਚੁਅਲੀ ਲੁਕਿੰਗ ਐਟ ਐਵਰੀ ਐਸਪੈਕਟ ਵੀ ਅਸੀਂ ਕੀ ਕਰ ਸਕਦੇ ਹਾਂ ਜਿਹਦੇ ਵਿੱਚ ਕਿ ਇਹ ਲੜਾਈ ਆ ਜਿਹੜੀ ਉਹ ਵਰਲਡ ਵਾਰ ਦੀ ਸ਼ੇਪ ਨਾ ਲਵੇ। ਪਿਊਟਨ ਨੇ ਇਹ ਸਟੇਟਮੈਂਟ ਦਿੱਤੀ ਆ ਵੀ ਜੇ ਉਹ ਨੋ ਫਲਾਈ ਜ਼ੋਨ ਡਿਕਲੇਅਰ ਕੀਤਾ ਤਾਂ ਇਟ ਵਿਲ ਬੀ ਦਾ ਡਿਕਲੇਰੇਸ਼ਨ ਆਫ ਦਾ ਵਰਲਡ ਵਾਰ। ਜਿਹੜੇ ਬਾਈਡਨ ਦੇ ਇਸ ਵੇਲੇ ਹੱਥ ਆ ਉਹ ਟਰੰਪ ਨੇ ਵੀ ਟਾਈਟ ਕੀਤੇ ਹੋਆ, ਕਿਉਂਕਿ ਟਰੰਪ ਆ ਜਿਹੜਾ ਉਹ ਪਿਊਟਨ ਦੀ ਸਪੋਰਟ ਕਰ ਰਿਹਾ। ਇੰਡੀਆ ਦੇ ਵਿੱਚ ਲਾਸਟ ਚੋਣਾਂ ਦਾ ਜਿਹੜਾ 7 ਗੇੜ ਦੇ ਵਿੱਚ ਹੋਣਾ ਸੀ, 7ਵਾਂ ਗੇੜ ਕੱਲ੍ਹ ਨੂੰ ਹੈ UP ਦੇ ਵਿੱਚ। ਉਸ ਤੋਂ ਬਾਅਦ ਲੋਕ ਐਕਸਪੈਕਟ ਕਰਦੇ ਆ ਕਿ ਤੇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਵੱਧ ਜਾਣਗੀਆਂ। ਉੱਥੇ ਇਨਫਲੇਸ਼ਨ ਦਾ ਕੀ ਹਾਲ ਹੈ ਜੀ? ਕੋਈ ਇਫੈਕਟ ਪਿਆ ਆ? ਅਵਤਾਰ ਤੁਸੀਂ ਵੀ ਦੱਸ ਸਕਦੇ ਹੋ ਤੇ ਤੂਰ ਸਾਹਿਬ ਵੀ ਦੱਸ ਸਕਦੇ ਨੇ ਜੀ। ਅਮਰੀਕਾ ਦੀ ਸਿਚੁਏਸ਼ਨ ਇਹ ਆ ਵੀ ਕੋਵਿਡ ਦੇ ਦੌਰਾਨ ਜਿਹੜੇ ਪੰਪ ਇਹਨਾਂ ਨੇ ਬੰਦ ਕੀਤੇ ਆ, ਜਿਹੜੀ ਇਹਨਾਂ ਨੇ ਫ੍ਰੈਕਿੰਗ ਬੰਦ ਕੀਤੀ ਆ, ਉਹ ਜਿਹੜੇ ਫ੍ਰੈਕਿੰਗ ਕਰਨ ਵਾਲੀਆਂ ਕੰਪਨੀਆਂ ਦੇ ਹੈਵ ਨਾਟ ਪੁੱਟ ਇਟ ਬੈਕ ਇਨ ਆਪਰੇਸ਼ਨ ਯੈਟ। ਉਹ ਕਹਿੰਦੇ ਜੀ ਸਾਨੂੰ ਬਿਨਾਂ ਉਹ ਸ਼ੁਰੂ ਕੀਤੇ ਦੇ ਜ਼ਿਆਦਾ ਪ੍ਰੋਫਿਟ ਹੋ ਰਿਹਾ, ਅਸੀਂ ਕਿਉਂ ਸ਼ੁਰੂ ਕਰੀਏ? ਪ੍ਰਾਈਸ ਦੀ ਗੱਲ ਹੈ ਨਾ, ਫਿਊਲ ਪ੍ਰਾਈਸ ਦੀ ਗੱਲ ਆ। ਕੈਲੀਫੋਰਨੀਆ ਦੀ ਜਿਹੜੀ ਅਸੀਂ ਅਗਰ ਸਿਚੁਏਸ਼ਨ ਦੇਖਦੇ ਆ ਨਾ, ਇਟਸ ਅ ਮਚ ਵਰਸ। $6.5 ਨੂੰ ਰੈਗੂਲਰ ਜਿਹੜਾ ਹੈਗਾ ਉਹ ਆਲਰੇਡੀ ਹੋ ਗਿਆ $6.5 ਨੂੰ ਪਰ ਗੈਲਨ। ਭਲਾ ਸਭ ਦਾ ਮੰਗਦੇ ਆ, ਕੱਲਾ ਅਸੀਂ ਯੂਕਰੇਨੀਅਨ ਦਾ ਭਲਾ ਨਹੀਂ ਮੰਗ ਰਹੇ, ਉਸ ਵੇਲੇ ਅਸੀਂ ਰਸ਼ੀਅਨ ਦਾ ਵੀ ਮੰਗ ਰਹੇ। ਦੈਟਸ ਦਾ ਬਿਊਟੀ ਆਫ ਸਿੱਖਿਜ਼ਮ। ਇੰਡੀਆ ਤੇ ਰਸ਼ੀਆ ਦੀ ਸੰਧੀ ਆ ਇੱਕ ਦੂਜੇ ਦੇ ਨਾਲ। ਜੇ ਇੱਕ ਮੁਲਕ ਤੇ ਅਟੈਕ ਹੁੰਦਾ ਤਾਂ ਦੂਜਾ ਮੁਲਕ ਉਹਨੂੰ ਪ੍ਰੋਟੈਕਟ ਕਰੂਗਾ। ਤੇ ਅਸੀਂ ਜਿਹੜਾ ਉਹ ਮੈਸੇਜ ਪਹੁੰਚਾਉਣਾ ਆ ਉਹਨੂੰ ਕਿਸ ਤਰ੍ਹਾਂ ਪਹੁੰਚਾਈਏ ਕਿ ਜਿਹੜੇ ਉੱਥੇ ਬੈਠੇ ਆ ਉਹਨਾਂ ਦਾ ਵੀ ਨੁਕਸਾਨ ਨਾ ਹੋਵੇ, ਪਰ ਜਿਹੜੀ ਇਹ ਲੜਾਈ ਆ, ਲੜਾਈ ਵੀ ਰੁਕ ਜਾਵੇ ਔਰ ਘੱਟੋ ਘੱਟ ਐਟ ਲੀਸਟ ਸਿਚੁਏਸ਼ਨ ਆ ਜਿਹੜੀ ਅੱਜ ਦੀ ਸਿਚੁਏਸ਼ਨ ਆ ਇਹ ਤੋਂ ਵਰਸ ਨਾ ਹੋਵੇ। ਹਾਊ ਟੂ ਰੋਲ ਇਟ ਬੈਕ, that will be really a very delicate task to do। ਜੀ ਇੱਕ ਚੀਜ਼ ਨਾ ਸਾਨੂੰ ਸਾਰਿਆਂ ਨੂੰ ਸਮਝਣੀ ਚਾਹੀਦੀ ਆ ਵੀ ਜਦੋਂ ਇਹ ਵਾਰ ਸ਼ੁਰੂ ਹੋਣੀ ਸੀ ਨਾ, ਤਕਰੀਬਨ 10 ਦਿਨ ਪਹਿਲਾਂ, 15 ਦਿਨ ਪਹਿਲਾਂ ਜਾਂ 1 ਮਹੀਨਾ ਪਹਿਲਾਂ ਵੀ, ਤਾਂ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਸੀ ਵੀ ਜਿਹੜੀ ਲੜਾਈ ਆ ਉਹ ਲੱਗਣੀ ਹੈ। ਇਹ ਵਾਈਟ ਹਾਊਸ ਨੇ ਬਾਰ-ਬਾਰ ਇੱਥੋਂ ਬਿਆਨ ਆਉਂਦੇ ਰਹੇ ਵੀ ਜਿੰਨੇ ਵੀ ਲੋਕ ਨੇ ਉਹ ਸਾਰੇ ਯੂਕਰੇਨ ਛੱਡਣ। ਈਵਨ ਕਿ ਲੜਾਈ ਤੋਂ 1 ਦਿਨ ਪਹਿਲਾਂ ਵੀ ਸਾਰੇ ਅਮਰੀਕਨ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਆਪਣਾ ਮੁਲਕ ਦੇ ਵਿੱਚ ਵਾਪਸ ਆਓ, ਯੂਕਰੇਨ ਛੱਡੋ। ਜਦੋਂ ਲੜਾਈ ਲੱਗ ਗਈ ਹੈ, ਠੀਕ ਹੈ, ਨਹੀਂ ਤਾਂ ਗਵਰਨਮੈਂਟ ਦਾ ਇੰਡੀਆ ਗਵਰਨਮੈਂਟ ਦਾ ਬਾਅਦ ਦੇ ਵਿੱਚ ਕੀ ਸਹਿਯੋਗ ਰਿਹਾ? ਦੋਸਤੋ ਬਹੁਤ ਸਵਾਗਤ ਹੈ ਜੀ ਤੁਹਾਡਾ D5 ਚੈਨਲ ਪੰਜਾਬੀ ਦੇ ਉੱਤੇ। ਤੇ ਇੱਕ ਮੰਚ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹਾਂ D5 ਵਰਲਡ ਪ੍ਰੋਗਰਾਮ ਦੇ ਜ਼ਰੀਏ, ਜਿਸ ਦੇ ਵਿੱਚ ਦੂਰ ਦਰਾਡੇ ਬੈਠੇ ਪੰਜਾਬੀ ਵੀ ਸਾਡੇ D5 ਚੈਨਲ ਦੇ ਜ਼ਰੀਏ ਸਾਡੇ ਸਰੋਤਿਆਂ ਨਾਲ, ਦਰਸ਼ਕਾਂ ਨਾਲ ਜੁੜ ਸਕਣ। ਸੋ ਅੱਜ ਦੇ ਇਸ ਡਿਸਕਸ਼ਨ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਅਵਤਾਰ ਸਿੰਘ ਜਿਹੜੇ ਕਿ ਬਹੁਤ ਉੱਘੇ ਪੱਤਰਕਾਰ ਨੇ ਤੇ ਅਮਰੀਕਾ ਦੇ ਵਿੱਚ ਨਿਊ ਜਰਸੀ ਦੇ ਵਿੱਚ ਸੈਟਲ ਨੇ, ਉਹਨਾਂ ਦੇ ਨਾਲ ਗੱਲ ਕਰਾਂਗੇ। ਤੇ ਨਾਲ ਹੀ ਸਾਡੇ ਮਹਿਮਾਨ ਤੇ ਕਮਿਊਨਿਟੀ ਐਕਟਿਵਿਸਟ ਸਰਦਾਰ ਹਰਪ੍ਰੀਤ ਸਿੰਘ ਤੂਰ, ਉਹ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨਗੇ। ਪਹਿਲਾਂ ਉਹਨਾਂ ਦਾ ਰਸਮੀ ਤੌਰ ਤੇ ਸਵਾਗਤ ਕਰ ਲੈਂਦੇ ਹਾਂ। ਸਵਾਗਤ ਹੈ ਜੀ ਦੋਹਾਂ ਦਾ। ਥੈਂਕ ਯੂ ਜੀ, ਥੈਂਕ ਯੂ। ਨਾਈਸ ਟੂ ਸੀ ਯੂ ਐਂਡ ਇਟਸ ਆਲਵੇਸ ਪਲੇਜ਼ਰ। ਐਂਡ ਸਾਡੇ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਸ਼ਲੋਮ। ਨਿਊਯਾਰਕ 'ਚ ਬੈਠੇ ਹਾਂ, ਸ਼ਲੋਮ ਇਜ਼ ਮਸਟ। ਸੋ ਮੈਨੂੰ ਲੱਗਦਾ ਹੈ ਜੀ ਮੌਸਮ ਤਾਂ 2-3 ਦਿਨਾਂ ਬਾਅਦ ਸ਼ਾਇਦ ਦੁਬਾਰੇ ਖੁੱਲ੍ਹ ਗਿਆ ਆ। ਸਨੀ ਡੇਜ਼ ਨੇ ਤੂਰ ਸਾਹਿਬ ਤੁਹਾਡੇ ਨਿਊਯਾਰਕ ਦੇ ਵਿੱਚ ਹੁਣ?
ਵਾਹ ਐਕਚੁਅਲੀ ਜੀ ਇਸ ਵੇਲੇ ਮੀਂਹ ਪੈ ਰਿਹਾ ਸ਼ੁਰੂ ਜੀ। ਹੋਇਆ ਹੀ ਆ ਤੇ ਟੈਂਪਰੇਚਰ 70 ਤੱਕ ਚੱਲ ਜਾਣਾ ਆ। ਮੇਰੇ ਖਿਆਲ ਪਰਸੋਂ ਮੁੜ ਕੇ ਫਿਰ 30-35 ਤੱਕ ਆ ਜਾਣਾ ਆ। ਦੈਟਸ ਵਾਟ ਨਿਊਯਾਰਕ ਇਜ਼। ਟੈਂਪਰੇਚਰ ਵੇਰੀਏਸ਼ਨ 30 to 40 ਡਿਗਰੀਜ਼। ਬਟ ਗੱਲ ਤਾਂ ਆ ਭਾਜੀ ਭਈ ਮੈਂ ਮਦਰ ਨੇਚਰ ਲਾਈਕ ਕਰਦਾ। ਆਈ ਲਵ ਮਦਰ ਨੇਚਰ ਤੇ ਵੈਦਰ ਜੋ ਵੀ ਹੋਵੇ। ਮੈਂ ਐਕਚੁਅਲੀ ਜਦੋਂ ਪ੍ਰੋਗਰਾਮ ਦੀ ਸੈਟਿੰਗ ਕਰਨੀ ਅਵਤਾਰ ਮੈਨੂੰ ਕਾਲ ਕਰ ਰਿਹਾ ਤੇ ਮੈਂ ਬਾਹਰ ਵਾਕ ਕਰ ਰਿਹਾ ਸੀ। ਜਦ ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਥੋੜੀ ਵਾਕ ਕਰ ਲਈਏ। ਸੋ ਦੈਟਸ ਵਾਟ ਇਟ ਇਜ਼ ਜੀ। ਬਹੁਤ ਧੰਨਵਾਦ ਜੀ। ਤੇ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਜਿੱਥੇ ਮੌਸਮ ਭਾਰਤ ਦੇ ਵਿੱਚ ਵੀ ਕਰਵਟ ਲੈ ਰਿਹਾ ਆ, ਸਰਦੀ ਤੋਂ ਗਰਮੀ ਵਾਲੇ ਪਾਸੇ ਨੂੰ ਤੁਰ ਰਿਹਾ। ਬਹੁਤ ਹਸੀਨ ਮੌਸਮ ਇੱਥੇ ਵੀ ਅਮਰੀਕਾ ਦੇ ਵਿੱਚ ਵੀ ਆ। ਤੇ ਅਵਤਾਰ ਹੁਣਾਂ ਨੇ ਸੁਜੈਸਟ ਕੀਤਾ ਸੀ ਕਿ ਅਸੀਂ ਰਸ਼ੀਆ ਯੂਕਰੇਨ ਦੇ ਉੱਤੇ ਜਿਹੜੇ ਬੱਦਲ ਛਾਏ ਹੋਏ ਨੇ, ਜਿਹੜਾ ਵਾਰ ਟੌਰਨ ਏਰੀਆ ਆ, ਉਹਦੇ ਤੇ ਜ਼ਰੂਰ ਗੱਲਬਾਤ ਕਰੀਏ ਤਾਂ ਕਿ ਭਾਰਤੀਆਂ ਨੂੰ ਤੇ ਅਮਰੀਕਾ ਦੇ ਵਿੱਚ ਜਾਂ ਵਿਸ਼ਵ ਭਰ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਸਮਝ ਆਵੇ ਕਿ ਇੰਟਰਨੈਸ਼ਨਲ ਲੈਵਲ ਤੇ ਇਸ ਵੇਲੇ ਕੀ ਸਥਿਤੀ ਹੈ। ਸੋ ਅਵਤਾਰ, ਮੈਨੂੰ ਲੱਗਦਾ ਹੈ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਅਪਡੇਟ ਲੈ ਲੈਂਦੇ ਹਾਂ ਕਿ ਭਾਰਤੀ ਵਿਦਿਆਰਥੀ ਉੱਥੇ ਫਸੇ ਹੋਏ ਨੇ। ਰਸ਼ੀਆ ਕਹਿ ਰਿਹਾ ਆ ਕਿ ਅਸੀਂ ਸੇਫ ਪੈਸੇਜ ਦੇਣ ਨੂੰ ਤਿਆਰ ਹਾਂ, ਪਰ ਯੂਕਰੇਨ ਛੱਡ ਨਹੀਂ ਰਿਹਾ। ਦੂਜੇ ਪਾਸੇ ਸਵਿਫਟ ਕੋਡ ਜਿਹੜਾ RBI ਦਾ ਆ, ਉਹਨੂੰ ਚਿੰਤਾ ਹੋਈ ਆ ਕਿ ਅਮਰੀਕਾ ਨੇ ਸਵਿਫਟ ਕੋਡ ਬੰਦ ਕਰ ਦਿੱਤਾ, ਰਸ਼ੀਅਨ ਬੈਂਕਿੰਗ ਬੰਦ ਕਰ ਦਿੱਤੀ ਹੈ। ਕਈ ਤਰ੍ਹਾਂ ਦੀ ਸਥਿਤੀ ਹੈ ਤੇ ਕਾਈਵ ਦੇ ਵਿੱਚ ਵੀ ਇਸ ਵੇਲੇ ਬੱਦਲ ਮੰਡਰਾ ਰਹੇ ਨੇ ਕਿ ਨਿਊਕਲੀਅਰ ਪਲਾਂਟਸ ਕਿਤੇ ਰਸ਼ੀਆ ਉਹਨਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਆ। ਸੋ ਸਭ ਤੋਂ ਪਹਿਲਾਂ ਅਸੀਂ ਅਵਤਾਰ ਸ਼ੇਰਪੁਰੀ ਹੋਣਾ ਨਾਲ ਗੱਲ ਕਰਦੇ ਹਾਂ। ਅਵਤਾਰ ਜੀ, ਭਾਰਤੀ ਜਿਹੜੇ ਅਮਰੀਕਾ ਦੇ ਵਿੱਚ ਵਸ ਰਹੇ ਨੇ ਤੇ ਅਮਰੀਕਨਸ ਦੀ ਇਸ ਵੇਲੇ ਇਸ ਵਾਰ ਬਾਰੇ ਕੀ ਸੋਚ ਹੈ? ਦੇਖੋ, ਜਿਹੜੇ ਭਾਰਤੀ ਵਸ ਰਹੇ ਆ ਨਾ ਅਮਰੀਕਾ ਦੇ ਵਿੱਚ, ਉਹਨਾਂ ਦੀ ਸੋਚ ਕੋਈ ਦੁਨੀਆ ਦੇ ਨਾਲੋਂ ਵੱਖਰੀ ਨਹੀਂ ਆ। ਦੁਨੀਆ ਦੇ ਨਾਲੋਂ ਵੱਖਰੀ ਇਸ ਕਰਕੇ ਨਹੀਂ ਆ ਕਿਉਂਕਿ ਇਸ ਸਮੇਂ ਜਿਹੜੀ ਪਹਿਲਾਂ ਜਿੰਨੀਆਂ ਵੀ ਸੰਸਾਰ ਦੇ ਵਿੱਚ ਜੰਗਾਂ ਲੜੀਆਂ ਗਈਆਂ ਨਾ, ਉਦੋਂ ਇੱਕ ਚੀਜ਼ ਮਿਸ ਸੀ ਜਿਹੜੀ ਅੱਜ ਪੂਰੀ ਦੁਨੀਆ ਦੇ ਵਿੱਚ ਆ, ਉਹ ਹੈ ਸੋਸ਼ਲ ਮੀਡੀਆ। ਪਹਿਲਾਂ ਕੋਈ ਜੰਗ ਲੱਗਦੀ ਸੀ ਤੇ ਲੋਕਾਂ ਨੂੰ ਰੇਡੀਓ ਰਾਹੀਂ ਜਾਂ ਟੈਲੀਵਿਜ਼ਨ ਰਾਹੀਂ ਪਤਾ ਲੱਗਦਾ ਸੀ, ਲੇਕਿਨ ਅੱਜ ਪਲ ਪਲ ਦੀ ਜਿਹੜੀ ਖਬਰ ਹੈ ਰੇਡੀਓ ਔਰ ਟੈਲੀਵਿਜ਼ਨ ਦੇ ਨਾਲੋਂ ਲੋਕਾਂ ਕੋਲੇ 1 ਸੈਕਿੰਡ ਦੇ ਵਿੱਚ ਪਹੁੰਚਦੀ ਆ, ਕਿਉਂਕਿ ਟਿਕਟੌਕ ਹੈ, ਹੋਰ ਸੋਸ਼ਲ ਮੀਡੀਆ ਹੈ, ਇੰਸਟਾਗ੍ਰਾਮ ਹੈ, ਜਿਹੜੀ ਕਿ ਲੋਕ ਉੱਥੋਂ ਸ਼ੇਅਰ ਕਰ ਰਿਹਾ ਔਰ ਝਟਪਟ ਤੁਹਾਡੇ ਕੋਲ ਆ ਰਹੀ ਆ। ਇਸੇ ਕਰਕੇ ਜਿਹੜੇ ਹੁਣ ਲੋਕ ਨੇ ਉਹ ਜ਼ਿਆਦਾ ਕੰਸਰਨ ਨੇ ਨਾਟ ਵਿਦ ਦਾ ਪੋਲਿਟਿਕਸ, ਉਹ ਕੰਸਰਨ ਨੇ ਲੋਕਾਂ ਦੇ ਨਾਲ ਵੀ ਜਿਹੜੇ ਲੋਕ ਉੱਥੇ ਮਰ ਰਹੇ ਆ, ਜਿਹੜੇ ਉੱਥੇ ਬੱਚਿਆਂ ਦੇ ਉੱਤੇ ਕਹਿੰਦੇ ਨੇ ਹਮਲੇ ਹੋ ਰਹੇ ਆ ਜਾਂ ਕਿਸੇ ਵੀ ਜਗ੍ਹਾ ਦੇ ਉੱਤੇ ਬੰਬ ਸਿੱਟਿਆ ਜਾਂਦਾ, ਕਿਉਂਕਿ ਬੰਬ ਕਿਸੇ ਦਾ ਨਾਂ ਜਾਂ ਪਤਾ ਪੁੱਛ ਕੇ ਤਾਂ ਡਿੱਗਦਾ ਨਹੀਂ ਹੈ, ਉਹ ਜਿੱਥੇ ਵੀ ਡਿੱਗਣਾ ਉਹਨੇ ਨੁਕਸਾਨ ਕਰਨਾ ਹੈ। ਸੋ ਇਸ ਕਰਕੇ ਜਿਹੜੇ ਜ਼ਿਆਦਾ ਲੋਕ ਕੰਸਰਨ ਨੇ ਉਹ ਲੋਕਾਂ ਦੇ ਨਾਲ ਕੰਸਰਨ ਨੇ। ਨਿਊਯਾਰਕ ਦੇ ਵਿੱਚ ਵੀ ਮੁਜ਼ਾਹਰੇ ਹੋਏ ਆ ਵੀ ਹਾਂ ਇਹ ਜਿਹੜੀ ਜੰਗ ਹੈ ਇਹ ਬੰਦ ਕੀਤੀ ਜਾਵੇ। ਈਵਨ ਕਿ USA ਦੇ ਲੋਕ USA ਦੇ ਉੱਤੇ ਵੀ ਪ੍ਰੈਸ਼ਰ ਬਣਾ ਰਹੇ ਵੀ ਤੁਸੀਂ ਕਿਸੇ ਤਰੀਕੇ ਮਤਲਬ ਇਸ ਜੰਗ ਨੂੰ ਬੰਦ ਕਰਨ ਦੇ ਵਿੱਚ ਕੋਈ ਨਾ ਜਾਂ ਕੋਈ ਜਿਹੜਾ ਆਪਣਾ ਰੋਲ ਆ ਉਹ ਜਿਹੜੀ ਇੱਥੇ ਦੀ ਸਰਕਾਰ ਹੈ ਅਮਰੀਕਾ ਦੀ ਨਿਭਾਵੇ। ਸ਼ੁੱਕਰਵਾਰ ਦੇ ਦਿਨ ਇੱਕ ਬਹੁਤ ਵੱਡੀ ਜਿਹੜੀ ਪੀਪਲਸ ਕਾਨਵਾਈ ਦਾ ਜਿਹਨੂੰ ਨਾਂ ਦਿੱਤਾ ਗਿਆ, ਜਿਹੜੀ ਕਿ ਉਹ ਵੈਸਟ ਤੋਂ ਚੱਲ ਕੇ ਉਹ ਇੱਧਰ ਨੂੰ ਆਈ ਆ ਅਤੇ ਵਾਸ਼ਿੰਗਟਨ DC ਵੱਲ ਨੂੰ ਗਈ ਹੈ, ਜਿੱਥੇ ਕਿ ਲੋਕਾਂ ਦਾ ਬਹੁਤ ਵੱਡਾ ਇਕੱਠ ਹੋਇਆ ਔਰ ਜਿਹਦੇ ਵਿੱਚ ਲੋਕ ਇਹੀ ਗੱਲ ਕਹਿ ਰਹੇ ਆ ਵੀ ਜਿਹੜੀ ਜੰਗ ਹੈ ਉਹ ਕਿਸੇ ਵੀ ਤਰੀਕੇ ਬੰਦ ਹੋਵੇ। ਪਰ ਹਾਂ ਹੁਣ ਗੱਲ ਇਹ ਹੈ ਵੀ ਮਦਦ ਹੈ ਜਿਹੜੀ। ਦੂਸਰੀ ਗੱਲ ਇਹ ਵੀ ਮੈਂ ਇੱਥੇ ਇੱਕ ਚੀਜ਼ ਦਾ ਜ਼ਿਕਰ ਕਰਨਾ ਚਾਹੂੰਗਾ ਕਿ ਅਮਰੀਕਾ ਦੇ ਵਿੱਚ, ਕਿਉਂਕਿ ਜਿਸ ਤਰ੍ਹਾਂ ਤੂਰ ਸਾਹਿਬ ਨੇ ਕਿਹਾ ਨਾ ਵੀ ਨਿਊਯਾਰਕ ਦੇ ਵਿੱਚ ਜਿਹੜਾ ਮੌਸਮ ਹੈ ਇੱਥੇ ਕਦੇ ਕਿਸ ਤਰ੍ਹਾਂ, ਕਦੇ ਪੂਰੀ ਠੰਡ ਤੇ ਕਦੇ ਪੂਰੀ ਗਰਮੀ ਇੱਕ ਦਿਨ ਦੇ ਵਿੱਚ। ਸੋ ਇਸ ਕਰਕੇ ਇਹਨੂੰ ਪ੍ਰੈਡਿਕਟ ਨਹੀਂ ਕੀਤਾ ਜਾ ਸਕਦਾ। ਇੱਥੇ ਥਾਂ ਥਾਂ ਦੇ ਜਿਹੜੇ ਲੋਕ ਨੇ ਪੂਰੀ ਦੁਨੀਆ ਤੋਂ ਆ ਕੇ ਵਸੇ ਹੋਏ ਆ। ਯੂਕਰੇਨੀਅਨ ਪੀਪਲ ਨੇ ਜਿਹੜੇ, ਉਹਨਾਂ ਨੇ ਇੱਥੇ ਇਕੱਠੇ ਹੋ ਕੇ ਇੱਕ ਵੇਅਰ ਹਾਊਸ ਦੇ ਵਿੱਚ ਉਹ ਆਪਣਾ ਸਾਰਾ ਸਮਾਨ ਇਕੱਠਾ ਕਰਕੇ ਉਹ ਉੱਥੇ ਨੂੰ ਭੇਜਣ ਦੀ ਤਿਆਰੀ ਕਰ ਰਹੇ ਆ, ਜਿਹਦੇ ਵਿੱਚ ਨਿਊਯਾਰਕ ਦੇ ਲੋਕ ਨੇ ਪੂਰਾ ਸਹਿਯੋਗ ਦੇ ਰਹੇ ਆ ਵੀ ਕਿਸੇ ਵੀ ਤਰੀਕੇ ਜਿਹੜੇ ਉੱਥੇ ਲੋਕਾਂ ਤੱਕ ਜਿਹੜੀ ਮਦਦ ਉਹ ਪਹੁੰਚੇ। ਸੋ ਜਿੱਥੇ ਤੱਕ ਲੋਕਾਂ ਦੀ ਸੋਚਦਾ ਗੱਲ ਆ, ਸੋਚਦੇ ਬਸ ਇਹੀ ਮੈਂ ਕਹਿਣਾ ਵੀ ਅਰਵਿੰਦਰ, ਸੌਰੀ ਟੂ ਇੰਟਰਪਟ, ਵੀ ਲੋਕ ਨੇ ਜਿਹੜੇ ਲੋਕ ਖੂਨ ਖਰਾਬਾ ਨਹੀਂ ਚਾਹੁੰਦੇ ਅੱਜ ਦੀ ਘੜੀ। ਲੋਕ ਇਹ ਚਾਹੁੰਦੇ ਚਾਹੇ ਤੁਸੀਂ ਪੋਲੀਟੀਕਲੀ ਕਰੈਕਟ ਹੋ ਚਾਹੇ ਇਨਕਰੈਕਟ ਹੋ, ਵੀ ਇਹ 'ਚ ਆਮ ਲੋਕਾਂ ਦਾ ਨੁਕਸਾਨ ਨਾ ਹੋਵੇ। ਵੀ ਜਿਹੜੀ ਤੁਸੀਂ ਜੰਗ ਆ ਤੁਸੀਂ ਆਪਸ 'ਚ ਲੜ ਲਓ, ਸ਼ਬਦੀ ਲੜ ਲਓ, ਬਟ ਕੀ ਕਹਿੰਦੇ ਨੇ ਇਹ 'ਚ ਜਿਹੜਾ ਆਮ ਲੋਕਾਂ ਦਾ ਨੁਕਸਾਨ ਆ ਉਹ ਨਾ ਹੋਵੇ। ਜੀ ਤੂਰ ਸਾਹਿਬ, ਪਹਿਲੇ 4 ਦਿਨ ਤਕਰੀਬਨ 4 ਦਿਨ ਜਾਂ 5 ਦਿਨ US ਵੀ ਚੁੱਪ ਰਿਹਾ ਆ ਸ਼ਾਇਦ ਇਸ ਵਾਰ ਦੇ ਉੱਤੇ।
ਉਹਦੇ ਬਾਰੇ ਕਿਸ ਤਰ੍ਹਾਂ ਦੇ ਪ੍ਰਤੀਕਰਮ ਨੇ ਜੀ, ਕਿਉਂ ਚੁੱਪ ਰਿਹਾ ਆ ਤੁਸੀਂ, ਕਿਉਂਕਿ ਡੂੰਘਾਈ ਨਾਲ ਹਰੇਕ ਵਿਸ਼ੇ ਨੂੰ ਵਾਚਦੇ ਹੋ, ਸੋ ਇਸ ਗੱਲ ਦਾ ਜਵਾਬ ਤੁਸੀਂ ਦੇ ਸਕਦੇ ਹੋ। ਦੇਖੋ ਗੱਲ ਇਦਾਂ ਆ ਭਈ ਪਹਿਲਾਂ ਤਾਂ ਅਗੇਨ ਥੈਂਕਸ ਫॉर ਹੈਵਿੰਗ ਮੀ ਔਰ ਥੈਂਕਸ ਫॉर the compliment. I don't think I'm that much into it, but ਚਲੋ ਜਿਹੜੀ ਨਾ ਸਾਰਿਆਂ ਤੋਂ ਵੱਡੀ ਇਸ ਵੇਲੇ ਜਿਹੜਾ ਇਸ਼ੂ ਆ ਉਹ ਇਹ ਆ ਵੀ ਇਹਨੂੰ ਵਰਲਡ ਵਾਰ ਦੀ ਸ਼ੇਪ ਨਾ ਮਿਲੇ। ਜਿੱਥੋਂ ਤੱਕ ਰਸ਼ੀਆ ਦਾ ਸਵਾਲ ਆ, ਰਸ਼ੀਆ ਇੱਕ ਚੀਜ਼ ਤਾਂ ਪੁਟਿਨ ਨੇ ਡਿਟਰਮਨ ਕੀਤੀ ਆ ਵੀ ਯੂਕਰੇਨ ਆ ਜਿਹੜਾ ਉਹ ਮੈਂ ਆਪਣੇ ਅੰਡਰ ਲੈਣਾ। ਯੂਕਰੇਨ ਆ ਜਿਹੜਾ ਰਸ਼ੀਆ ਦਾ ਹਿੱਸਾ ਬਹੁਤ ਚਿਰ ਰਿਹਾ। ਯੂਕਰੇਨੀਅਨਸ ਆ ਜਿਹੜੇ ਉਹ ਇੰਡੀਪੈਂਡੈਂਸ ਚਾਹੁੰਦੇ ਆ ਜੀ, ਪਰ ਜਿਹੜਾ ਰਸ਼ੀਆ ਆ, ਰਸ਼ੀਆ ਨੂੰ ਅਸੀਂ ਜੇ ਰਸ਼ੀਆ ਦੇ ਪੁਆਇੰਟ ਆਫ ਵਿਊ ਤੋਂ ਦੇਖਦੇ ਆ, ਉਹ ਕਹਿੰਦਾ ਵੀ ਨੇਟੋ ਵਾਲੇ ਮੇਰੇ ਬਾਰਡਰ ਤੇ ਆ ਕੇ ਆਲਰੇਡੀ ਬੈਠ ਗਏ ਆ। ਜਦੋਂ ਉਹ ਰਸ਼ੀਅਨ ਪੀਪਲ ਆ ਜਿਹੜੇ ਦੇ ਆਰ ਨਾਟ ਫੀਲਿੰਗ ਕੰਫਰਟੇਬਲ। ਇਹ 'ਚ ਇੱਕ ਚੀਜ਼ ਜਿਹੜੀ ਨਾ ਸਾਨੂੰ ਵੀ ਨੀਡ ਟੂ ਅੰਡਰਸਟੈਂਡ ਈਵਨ ਬਿਫੋਰ ਵੀ ਗੋ ਇਨਟੂ ਜਿਹੜੀ ਤੁਸੀਂ ਸਵਾਲ ਕੀਤਾ, ਮੈਂ ਆਈ ਵਾਂਟ ਟੂ ਮੇਕ ਸ਼ੋਰ ਕਿ ਡੈਮੋਕ੍ਰੈਟਿਕ ਤੇ ਕਮਿਊਨਿਸਟ ਸਿਸਟਮ ਹੈ ਜਿਹੜੇ ਥੀਸ ਆਰ ਟੂ ਡਿਫਰੈਂਟ ਸਿਸਟਮਸ ਜੀ। ਇੱਕ ਤਾਂ ਸਿਸਟਮ ਦਾ ਕਲੈਸ਼ ਆ, ਦੂਜਾ ਜਿਹੜਾ ਕਲੈਸ਼ ਹੈਗਾ ਆ ਉਹ ਇਹ ਆ ਭਈ ਪੁਟਿਨ ਹੈ ਜਿਹੜਾ ਉਹਨੇ ਰਸ਼ੀਆ ਦੇਖਿਆ ਜਦ ਰਸ਼ੀਆ ਕੰਪਲੀਟ ਹੁੰਦਾ ਸੀ, ਉਹਨੇ ਰਸ਼ੀਆ ਦੇਖਿਆ ਜਦ ਰਸ਼ੀਆ ਹੁਣ ਕੱਲਾ ਰਸ਼ੀਆ ਰਹਿ ਗਿਆ, USSR ਤੋਂ ਕੱਲਾ ਰਸ਼ੀਆ ਦਾ ਰਹਿ ਜਾਣਾ। ਪਰ ਜਿਹੜੇ ਉਹ 3 ਜਾਂ 4 ਦਿਨ ਉਹਨਾਂ ਨੇ ਲਏ ਆ ਉਹਦੇ ਵਿੱਚ ਇਹ ਨਹੀਂ ਵੀ ਇਹਨਾਂ ਨੇ ਚੁੱਪੀ ਸਾਧੀ ਸੀ। They were actually looking at every aspect ਵੀ ਅਸੀਂ ਕੀ ਕਰ ਸਕਦੇ ਹਾਂ ਜਿਹਦੇ ਵਿੱਚ ਕਿ ਇਹ ਲੜਾਈ ਆ ਜਿਹੜੀ ਉਹ ਵਰਲਡ ਵਾਰ ਦੀ ਸ਼ੇਪ ਨਾ ਲਵੇ। ਔਰ ਪੁਟਿਨ ਹੈ ਜਿਹੜਾ ਹੀ ਮੇਡ ਅ ਸਟੇਟਮੈਂਟ, ਕੱਲ ਉਹਨੇ ਸਟੇਟਮੈਂਟ ਦਿੱਤੀ ਆ, ਕਿਉਂਕਿ ਯੂਕਰੇਨੀਅਨ ਪ੍ਰੈਜ਼ੀਡੈਂਟ ਹੈ ਜਿਹੜਾ ਉਹ ਕਹਿੰਦਾ ਵੀ ਮੈਨੂੰ ਨਾ ਨੋ ਫਲਾਈ ਜ਼ੋਨ ਦੇ ਦਿਓ ਯੂਕਰੇਨ ਦੇ ਉੱਤੇ, ਵੈਸਟਰਨ ਕੰਟਰੀਜ਼। ਪੁਟਿਨ ਨੇ ਇਹ ਸਟੇਟਮੈਂਟ ਦਿੱਤੀ ਆ ਵੀ ਜੇ ਉਹ ਨੋ ਫਲਾਈ ਜ਼ੋਨ ਡਿਕਲੇਅਰ ਕੀਤਾ ਤਾਂ ਇਟ ਵਿਲ ਬੀ ਦਾ ਡਿਕਲੇਰੇਸ਼ਨ ਆਫ ਦਾ ਵਰਲਡ ਵਾਰ ਜੀ। ਔਰ ਹਰ ਕੋਲ ਪਰਮਾਣੂ ਹਥਿਆਰ ਆ। ਔਰ ਇੱਥੋਂ ਤੱਕ ਕਿ ਜਿਹੜਾ ਸਾਰਿਆਂ ਤੋਂ ਵੱਡਾ ਪਰਮਾਣੂ ਆਪਣਾ ਪ੍ਰੋਜੈਕਟ ਜਿਹੜਾ ਇਲੈਕਟ੍ਰਿਕ ਪਾਵਰ ਗ੍ਰਿਡ ਆ, ਉਹਦੇ ਉੱਤੇ ਜਦ 2 ਦਿਨ ਪਹਿਲਾਂ ਅਟੈਕ ਕੀਤਾ ਗਿਆ, ਤੁਸੀਂ ਵੀਡੀਓ ਦੇ ਵਿੱਚ ਸੁਣ ਸਕਦੇ ਹੋ ਯੂਕਰੇਨੀਅਨਸ ਨੂੰ ਰਿਕੁਐਸਟ ਕਰਦਿਆਂ ਨੂੰ ਰਸ਼ੀਅਨਸ ਨੂੰ ਵੀ ਗੋਲੀ ਨਾ ਚਲਾਓ, ਤੁਸੀਂ ਸਾਰੀ ਦੁਨੀਆ ਤਬਾਹ ਕਰ ਦੇਣੀ ਆ, ਗੋਲੀ ਨਾ ਚਲਾਓ, ਤੁਸੀਂ ਸਾਰੀ ਦੁਨੀਆ ਤਬਾਹ ਕਰ ਦੇਣੀ ਆ। ਸੋ ਸਿਚੁਏਸ਼ਨ, ਓਵਰਆਲ ਸਿਚੁਏਸ਼ਨ ਇਜ਼ ਸੱਚ ਕਿ ਅਮਰੀਕਾ ਵਾਂਟਸ ਟੂ ਪਾਰਟਿਸਿਪੇਟ, ਬਟ ਜਿਹੜੇ ਬਾਈਡਨ ਦੇ ਇਸ ਵੇਲੇ ਹੱਥ ਆ ਉਹ ਟਰੰਪ ਨੇ ਵੀ ਟਾਈਟ ਕੀਤੇ ਹੋ, ਕਿਉਂਕਿ ਟਰੰਪ ਆ ਜਿਹੜਾ ਉਹ ਪੁਟਿਨ ਦੀ ਸਪੋਰਟ ਕਰ ਰਿਹਾ। ਔਰ ਹੁਣੇ ਹੀ ਆਪਣੇ ਪਿਛਲੇ ਹਫਤੇ ਹੀ ਇੱਕ ਇਹਨਾਂ ਦੀ ਨਾ ਸਟਰਾ ਪੋਲ ਹੁੰਦੀ ਆ ਰਿਪਬਲਿਕਨਸ ਦੀ, ਔਰ ਰਿਪਬਲਿਕਨ ਦੀ ਜਿਹੜੀ ਸਟਰਾ ਪੋਲ ਹੋਈ ਆ ਉਹਦੇ ਵਿੱਚ 2024 ਵਾਸਤੇ ਡੋਨਾਲਡ ਟਰੰਪ ਇਜ਼ ਨੰਬਰ 1 ਅਗੇਨ ਟੂ ਬੀ ਦਾ ਪ੍ਰੈਜ਼ੀਡੈਂਟ। ਸੋ ਦੋ ਦਾ ਕੈਲਕੂਲੇਸ਼ਨ ਜਿਹੜੀਆਂ ਕਿ ਇਹਨਾਂ ਦੇ ਦਿਮਾਗ ਦੇ ਵਿੱਚ ਜਾਂਦੀਆਂ, ਔਰ ਇਸੇ ਕਰਕੇ ਜਦੋਂ ਡਿਸੀਜਨ ਲਏ ਜਾਂਦੇ ਆ ਨਾ, ਸਮ ਆਫ ਦਾ ਡਿਸੀਜਨਸ ਆਰ ਟੇਕਨ ਬਟ ਦੇ ਟੇਕ ਟਾਈਮ ਟੂ ਕਮ ਇਨ ਪਬਲਿਕਲੀ ਜੀ। ਐਂਡ ਦੈਟਸ ਵਾਈ ਜਿਹੜਾ ਅਸੀਂ ਦੇਖ ਰਹੇ ਹਾਂ ਸਾਨੂੰ ਥੋੜਾ ਲੇਟ ਦਿਸ ਰਿਹਾ, ਬਟ देयर वर थिंग्स हैपनिंग बिहाइंड द क्लोज्ड डोर्स, a lot of things were happening ਜੀ। ਤੇ ਤੂਰ ਸਾਹਿਬ, ਇੰਡੀਆ ਦੇ ਵਿੱਚ ਇਨਫਲੇਸ਼ਨ ਵੱਧ ਗਈ ਆ, ਰਸੋਈ ਦੇ ਵਿੱਚ ਵਰਤਣ ਵਾਲਾ ਤੇਲ, ਲੋਹਾ, ਸੀਮਟ, ਹਰੇਕ ਚੀਜ਼ ਦੀ ਕੀਮਤ ਵੱਧ ਗਈ ਆ, ਕੋਲੇ ਦੀ ਕੀਮਤ ਵੱਧ ਗਈ ਆ। ਲੋਕ ਇਹ ਐਕਸਪੈਕਟ ਕਰ ਰਹੇ ਨੇ ਕਿ 10 ਮਾਰਚ ਨੂੰ ਰਿਜ਼ਲਟ ਆ ਜਾਣਾ ਹੈ। ਅੱਬਲ ਤਾਂ ਕੱਲ ਨੂੰ ਇੰਡੀਆ ਦੇ ਵਿੱਚ ਲਾਸਟ ਚੋਣਾਂ ਦਾ ਜਿਹੜਾ 7 ਗੇੜ ਦੇ ਵਿੱਚ ਹੋਣਾ ਸੀ, 7ਵਾਂ ਗੇੜ ਕੱਲ ਨੂੰ ਹੈ ਯੂਪੀ ਦੇ ਵਿੱਚ। ਉਦੋਂ ਬਾਅਦ ਲੋਕ ਐਕਸਪੈਕਟ ਕਰਦੇ ਆ ਕਿ ਤੇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਵੱਧ ਜਾਣਗੀਆਂ। ਉੱਥੇ ਇਨਫਲੇਸ਼ਨ ਦਾ ਕੀ ਹਾਲ ਹੈ ਜੀ? ਕੋਈ ਇਫੈਕਟ ਪਿਆ ਆ? ਅਵਤਾਰ ਤੁਸੀਂ ਵੀ ਦੱਸ ਸਕਦੇ ਹੋ ਤੇ ਤੂਰ ਸਾਹਿਬ ਵੀ ਦੱਸ ਸਕਦੇ ਨੇ ਜੀ। ਦੇਖੋ, ਐਸ ਫਾਰ ਐਜ਼ ਇਨਫਲੇਸ਼ਨ ਇਜ਼ ਕੰਸਰਨਡ ਰਾਈਟ ਨਾਓ ਸਾਰੀ ਦੁਨੀਆ ਦੇ ਉੱਤੇ ਇਟ ਇਜ਼ ਫੀਨੋਮੀਨਾ, ਕਿਉਂਕਿ ਜਿਹੜਾ ਨਾ ਵੀ ਨੀਡ ਟੂ ਲੁੱਕ ਬੈਕ ਪਈ ਇੱਕ ਨਾ ਮੈਨੂਫੈਕਚਰਿੰਗ ਆ ਜਿਹੜੀ ਇਹਨਾਂ ਨੇ ਡਿਮਾਂਡ ਸਪਲਾਈ ਦੇ ਨਾਲ ਲਿੰਕ ਕਰ ਦਿੱਤੀ, ਇੰਨੀ ਕੁ ਲਿੰਕ ਕਰ ਦਿੱਤੀ ਪਈ ਜਿਹੜਾ ਵੇਅਰ ਹਾਊਸਸ ਆ ਜਿਹੜੇ ਦੇ ਹੈਵ ਲਿਟਰਲੀ ਬੀਨ ਐਲੀਮੀਨੇਟਡ। ਜਿਹੜੇ ਹੁਣ ਵੇਅਰ ਹਾਊਸ ਆ ਉਹ ਇਹ ਆ ਵੀ ਤੁਸੀਂ ਕੋਈ ਚੀਜ਼ ਆਰਡਰ ਕੀਤੀ ਉਦੋਂ ਉਹ ਮੈਨੂਫੈਕਚਰ ਹੋਣੀ ਆ
ਔਰ ਉਹ ਤੋਂ ਬਾਅਦ ਉਹ ਤੁਹਾਨੂੰ ਡਿਲੀਵਰ ਹੋਣੀ ਹੈ। ਕੁਛ ਇੱਕ ਚੀਜ਼ਾਂ ਜਿਹੜੀਆਂ ਆ ਉਹ ਸਟਾਕ ਦੇ ਵਿੱਚ ਹੈਗੀਆਂ, ਬਟ ਵੈਨਐਵਰ ਇਟ ਕਮਸ ਡਾਊਨ ਟੂ, ਜਿੱਦਾਂ ਪਹਿਲਾਂ ਹੁੰਦਾ ਸੀ ਨਾ ਵੇਅਰ ਹਾਊਸ ਭਰਿਆ ਪਿਆ ਜੀ ਜਾ ਕੇ ਚੱਕ ਲਓ, ਉਹ ਚੀਜ਼ ਹੈ ਨਹੀਂ ਹੁਣ। ਸੋ ਫੈਕਟਰੀਆਂ ਬੰਦ ਹੋ ਗਈਆਂ। ਸੋ ਟੂ ਬ੍ਰਿੰਗ ਇਨ ਦੈਟ, ਫਾਰ ਐਗਜ਼ਾਮਪਲ ਹੁਣ ਤੇਲ ਦੀ ਤੁਸੀਂ ਗੱਲ ਕੀਤੀ ਆ, ਅਮਰੀਕਾ ਦੀ ਸਿਚੁਏਸ਼ਨ ਇਹ ਆ ਪਈ ਕੋਵਿਡ ਦੇ ਦੌਰਾਨ ਜਿਹੜੇ ਪੰਪ ਇਹਨਾਂ ਨੇ ਬੰਦ ਕੀਤੇ ਆ, ਜਿਹੜੀ ਇਹਨਾਂ ਨੇ ਫ੍ਰੈਕਿੰਗ ਬੰਦ ਕੀਤੀ ਆ, ਉਹ ਜਿਹੜੇ ਫ੍ਰੈਕਿੰਗ ਕਰਨ ਵਾਲੀਆਂ ਕੰਪਨੀਆਂ ਦੇ ਹੈਵ ਨਾਟ ਪੁੱਟ ਇਟ ਬੈਕ ਇਨ ਆਪਰੇਸ਼ਨ ਯੈਟ। ਉਹ ਕਹਿੰਦੇ ਜੀ ਸਾਨੂੰ ਬਿਨਾਂ ਉਹ ਸ਼ੁਰੂ ਕੀਤੇ ਦੇ ਜ਼ਿਆਦਾ ਪ੍ਰੋਫਿਟ ਹੋ ਰਿਹਾ, ਅਸੀਂ ਕਿਉਂ ਸ਼ੁਰੂ ਕਰੀਏ। ਸੋ ਇਟ ਇਜ਼, ਔਰ ਲੜਾਈ ਨੇ ਉਹਦੇ ਉੱਤੇ ਨਾ ਉਹ ਕੀ ਕਹਿੰਦੇ ਹੁੰਦੇ ਆ ਵੀ ਇੱਕ ਹੋਰ ਲੇਅਰ ਆ ਜਿਹੜੀ ਉਹ ਐਡ ਕਰ ਦਿੱਤੀ ਹੈਗੀ ਆ ਜੀ। ਮੈਂ ਕੱਲ ਗੈਸ ਪਵਾਈ ਹੈਗੀ ਆ $4.69 ਪ੍ਰੀਮੀਅਮ, ਜਿਹੜੀ ਕਿ $3, $3.25, $3.25, $3.30 ਤੱਕ ਹੁੰਦੀ ਸੀਗੀ। So are we paying the price for that? Yes. But should a human person pay the price to have the freedom? ਉਹਦੇ ਵਾਸਤੇ ਮੇਰਾ ਖਿਆਲ ਹੈ ਵੀ ਅਸੀਂ ਤਿੰਨੇ ਸਿੱਖ ਬੈਠੇ ਆ, ਸਾਤੋਂ ਵੱਧ ਇਸ ਚੀਜ਼ ਨੂੰ ਕੋਈ ਨਹੀਂ ਸਮਝਦਾ ਕਿ ਸਾਡੀ ਜਿਹੜੀ ਕੁਰਬਾਨੀ ਹੁਣ ਤੱਕ ਆ ਉਹ ਇਸੇ ਚੀਜ਼ ਦੀ ਆ, ਅਬਾਊਟ ਦਾ ਇਕੁਐਲਿਟੀ ਐਂਡ ਫਰੀडम, ਫਰੀडम ਆਫ ਸਪੀਚ, ਫਰੀडम ਆਫ ਥਾਟ, ਐਂਡ ਦੈਟਸ ਵਾਟ ਇਟ ਇਜ਼ ਅਬਾਊਟ। ਅਵਤਾਰ ਫਿਰ ਮੈਂ ਥੋੜਾ ਜਿਹਾ ਐਡ ਅਪ ਕਰਨਾ ਇਹਦੇ ਵਿੱਚ। ਜੀ ਜੋ ਤੂਰ ਸਾਹਿਬ ਨੇ ਕਿਹਾ ਮੈਂ ਉਸ ਦੇ ਵਿੱਚ ਐਡ ਕਰਨ ਲੱਗਾ ਵੀ ਜਿਹੜੀ ਪ੍ਰਾਈਸ ਦੀ ਗੱਲ ਹੈ ਨਾ, ਫਿਊਲ ਪ੍ਰਾਈਸ ਦੀ ਗੱਲ ਆ, ਕੈਲੀਫੋਰਨੀਆ ਦੀ ਜਿਹੜੀ ਅਸੀਂ ਅਗਰ ਸਿਚੁਏਸ਼ਨ ਦੇਖਦੇ ਆ ਨਾ, ਇਟਸ ਅ ਮਚ ਵਰਸ। $6.5 ਨੂੰ ਰੈਗੂਲਰ ਜਿਹੜਾ ਹੈਗਾ ਉਹ ਆਲਰੇਡੀ ਹੋ ਗਿਆ $6.5 ਨੂੰ ਪਰ ਗੈਲਨ। ਤੁਸੀਂ ਇਹ ਦੇਖੋ ਜਿਹੜਾ ਉੱਥੇ ਪ੍ਰੀਮੀਅਮ ਦੀ ਪਤੂਰ ਸਾਹਿਬ ਨੇ ਗੱਲ ਕੀਤੀ ਹੈ, ਪ੍ਰੀਮੀਅਮ ਹੈਗਾ ਕਿਉਂਕਿ ਮੈਨੂੰ ਪਤਾ ਨਹੀਂ ਵੀ ਭਾਰਤ ਦੇ ਵਿੱਚ ਮਤਲਬ ਰੈਗੂਲਰ ਜਾਂ ਪਲੱਸ ਔਰ ਸੁਪਰ ਹੈਗੇ ਆ, ਬਟ ਕੀ ਇਹਦੇ ਨੇ ਜਿਹੜਾ ਇੱਥੇ ਅਮਰੀਕਾ ਦੇ ਵਿੱਚ ਹੈਗਾ ਵੀ ਇੱਕ ਆਗਾ ਰੈਗੂਲਰ ਗੈਸ ਹੈ, ਇੱਕ ਇਸ ਤੋਂ ਵਧੀਆ, ਇੱਕ ਉਸ ਤੋਂ ਜ਼ਿਆਦਾ ਵਧੀਆ ਜਿਹੜੀ ਸੁਪਰ ਹੈ ਨਾ, ਜਾਂ ਉਹਨੂੰ ਸੁਪਰ ਜਾਂ ਪ੍ਰੀਮੀਅਮ ਵੀ ਕਿਹਾ ਜਾਂਦਾ। ਜਿਹੜਾ ਪ੍ਰੀਮੀਅਮ ਦੀ ਪ੍ਰਾਈਸ ਆ ਉਹ $7.5 ਪਰ ਗੈਲਨ ਹੈ। ਸੋ ਹੁਣ ਕੁਐਸਚਨ ਇਹ ਹੈ ਵੀ ਇਹ ਕਿੱਥੇ ਜਾ ਕੇ ਰੁਕੂਗੀ, ਔਰ ਜਿਹੜਾ ਫਰੇਟ ਹੈ ਹਰ ਚੀਜ਼ ਹੈ ਜਿਹੜੀ ਉਹ ਮਹਿੰਗੀ ਹੋ ਜਾਣੀ ਹੈ। ਉਹ ਕਿਉਂਕਿ ਡੀਜ਼ਲ ਹੈ, ਭਾਰਤ ਦੇ ਵਿੱਚ ਡੀਜ਼ਲ ਦੇ ਉੱਤੇ ਸਬਸਿਡੀ ਹੈ, ਇਸ ਕਰਕੇ ਲੋਕ ਡੀਜ਼ਲ ਦੀਆਂ ਕਾਰਾਂ ਖਰੀਦਦੇ ਆ, ਇਸ ਕਰਕੇ ਲੋਕ ਡੀਜ਼ਲ ਦੇ ਵਹੀਕਲ ਵੱਲ ਜਾਂਦੇ ਆ। ਬਟ ਅਮਰੀਕਾ ਦੇ ਵਿੱਚ ਡੀਜ਼ਲ ਦੇ ਉੱਤੇ ਕੋਈ ਸਬਸਿਡੀ ਨਹੀਂ ਹੈ, ਡੀਜ਼ਲ ਹੈ ਜਿਹੜਾ ਪੈਟਰੋਲ ਦੇ ਨਾਲੋਂ ਮਹਿੰਗਾ। ਸੋ ਡੀਜ਼ਲ ਹੁਣ ਤੁਸੀਂ ਇਹ ਦੇਖੋ ਵੀ ਡੀਜ਼ਲ ਆਲਰੇਡੀ ਬਹੁਤ ਸਾਰੀਆਂ ਸਟੇਟਸ ਦੇ ਵਿੱਚ $5 ਗੈਲਨ ਤੋਂ ਉੱਪਰ ਜਾ ਚੁੱਕਾ। ਅਗਰ ਡੀਜ਼ਲ ਉੱਪਰ ਜਾ ਚੁੱਕਿਆ ਤਾਂ ਅਮਰੀਕਾ ਜਿਹੜਾ ਉਹ ਸਾਰਾ ਡਿਪੈਂਡ ਕਰਦਾ ਟਰੱਕਿੰਗ ਦੇ ਉੱਤੇ, ਟਰਾਂਸਪੋਰਟ ਦੇ ਉੱਤੇ। ਇੱਕ ਥਾਂ ਤੋਂ ਦੂਸਰੀ ਥਾਂ ਦੇ ਉੱਤੇ ਜਿੰਨਾ ਵੀ ਸਮਾਨ ਜਾਂਦਾ ਟਰੱਕਿੰਗ ਦੇ ਵਿੱਚ ਜਾਂਦਾ ਮੋਸਟਲੀ। ਸੋ ਅਗਰ ਉਹ ਪ੍ਰਾਈਸ ਵੱਧਦੀ ਹੈ ਤਾਂ ਨੈਚੁਰਲੀ ਗੱਲ ਆ, ਖਾਣ ਪੀਣ ਹਰ ਚੀਜ਼ ਹੈ ਜਿਹੜੀ, ਔਰ ਕੋਈ ਵੀ ਕਾਰ ਆ, ਤੂਰ ਸਾਹਿਬ ਨੂੰ ਤਾਂ ਪਤਾ ਪਿੱਛੇ ਜੇ ਇਹਨਾਂ ਦੀ ਕਾਲ ਵੀ ਆਈ ਸੀ ਵੀ ਕਿਸੇ ਨੇ ਗੱਡੀ ਬਾਏ ਕਰਨੀ, ਮੈਂ ਕਿਹਾ ਸੀ ਵੀ ਹਲੇ ਰੁਕ ਲਓ ਕਿਉਂਕਿ ਹਰੇਕ ਕਾਰ ਹੈ ਜਿਹੜੀ ਉਹ ਅਮਰੀਕਾ ਦੇ ਵਿੱਚ $10,000 ਮਹਿੰਗੀ ਹੋਈ ਆ ਆਪਣੀ ਓਰੀਜਨਲ ਪ੍ਰਾਈਸ ਦੇ ਨਾਲੋਂ ਜੀ। ਸੋ ਮੈਨੂੰ ਲੱਗਦਾ ਵੀ ਹੁਣ ਚੀਜ਼ਾਂ ਕਿਵੇਂ ਗੜਬੜ ਹੋਣਗੀਆਂ, ਕਿਉਂਕਿ ਜਦੋਂ ਤੇਲ ਵਧਣਾ ਤਾਂ ਨੈਚੁਰਲੀ ਗੱਲ ਹੈ ਜਿਹੜੀ ਆਟੋ ਦੀ ਕੀਮਤ ਹੈ ਜਿਹੜੀ ਘਟਦੀ ਹੁੰਦੀ ਆ, ਪਰ ਹੁਣ ਇਹ ਕਿਵੇਂ ਹੁਣ ਬੈਲੈਂਸ ਹੋਊਗਾ ਜਾਂ ਕਿਸ ਤਰੀਕੇ ਅੱਗਾ ਚੱਲੂਗਾ ਇਹ ਤਾਂ ਹੁਣ ਸ਼ਾਇਦ ਅੱਗੇ ਜਾ ਕੇ ਪਤਾ ਲੱਗੂਗਾ। ਬਟ ਹਾਂ, ਲੇਕਿਨ ਕੀ ਇਹਦੇ ਨੇ ਜਿਹੜੀ ਚੀਜ਼ ਹੈ ਅੱਗੇ ਨਿਊਯਾਰਕ ਦੇ ਜਿਹੜੇ ਲੋਕ ਸੀ ਉਹ ਆਮ ਤੌਰ 'ਤੇ ਆ ਕੇ ਨਿਊ ਜਰਜੀ ਤੇਲ ਪਵਾਉਂਦੇ ਸੀ ਕਿਉਂਕਿ ਇੱਥੇ ਬਹੁਤ ਜ਼ਿਆਦਾ ਸਸਤਾ ਪੈਂਦਾ ਸੀਗਾ, ਤਕਰੀਬਨ 65-70 ਸੈਂਟ ਦਾ ਘੱਟ ਤੋਂ ਘੱਟ ਫਰਕ ਸੀ। ਬਟ ਤੂਰ ਸਾਹਿਬ ਨੇ ਕਿਹਾ 4.65 ਇਹਨਾਂ ਨੇ ਉੱਥੇ ਪਵਾਇਆ ਤੇ $4.05 ਨੂੰ ਨਿਊ ਜਰਜੀ ਜਿੱਥੇ ਮੈਂ ਰਹਿ ਰਿਹਾ ਇੱਥੇ ਸਭ ਤੋਂ ਸਸਤੀ ਗੈਸ ਹੈ ਇਲਾਕੇ ਦੀ, $4.05 ਇੱਥੇ ਰੈਗੂਲਰ ਦਾ ਪ੍ਰਾਈਸ ਹੈ ਇਸ ਸਮੇਂ ਜੀ। ਸੋ ਇਸ ਕਰਕੇ ਕਹਿੰਦੇ ਨੇ ਇਟਸ ਗੈਟਿੰਗ ਵਰਸ। ਹਾਂ, ਅਸਰ ਤਾਂ ਸਾਰੀ ਦੁਨੀਆ ਦੇ ਵਿੱਚ ਹੈ। ਤੂਰ ਸਾਹਿਬ ਤੁਸੀਂ ਸਿੱਖਾਂ ਦੀ ਗੱਲ ਕੀਤੀ ਆ ਤੇ ਸਿੱਖਾਂ 'ਚ ਐਕਟਿਵਿਸਟ ਨੇ ਜੀ ਰਵੀ ਸਿੰਘ ਖਾਲਸਾ, ਉਹਨਾਂ ਨੇ ਉੱਥੇ ਲੰਗਰ ਪਹੁੰਚਾਇਆ। ਵਾਰ ਟਾਊਨ ਏਰੀਆ ਦੇ ਵਿੱਚ ਜਾ ਕੇ ਵੀ ਲੰਗਰ ਲਾਣਾ ਸਿੱਖਾਂ ਲਈ ਮਾਣ ਵਾਲੀ ਗੱਲ ਆ। ਤੇ ਤੁਸੀਂ ਕਮਿਊਨਿਟੀ ਦੇ ਵਿੱਚ ਬਹੁਤ ਵਿਚਰਦੇ ਹੋ ਜੀ, ਜਿਸ ਤਰੀਕੇ ਨਾਲ ਤੁਹਾਡੀਆਂ ਬਿਆਨਬਾਜ਼ੀਆਂ ਆਉਂਦੀਆਂ ਨੇ। ਤੇ ਗੁਰੂ ਘਰਾਂ 'ਚ ਅਮਰੀਕਾ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲਬਾਤ ਚੱਲਦੀ ਹੋਵੇ ਜੀ, ਕੋਈ ਹੈਲਪ ਦੀ, ਜਾਂ ਅਦਰਵਾਈਜ਼ ਕਿਸ ਤਰ੍ਹਾਂ ਦੀ ਚਰਚਾ ਚੱਲਦੀ ਹੈ ਗੁਰੂ ਘਰਾਂ ਦੇ ਵਿੱਚ? ਦੇਖੋ, ਜਿਹੜੇ ਨਾ ਜਿੱਥੋਂ ਤੱਕ ਗੁਰਦੁਆਰਿਆਂ ਦੀ ਗੱਲ ਆ ਨਾ, ਕੁਛ ਇੱਕ ਚੀਜ਼ਾਂ ਜਿਹੜੀਆਂ ਨਾ ਸ਼ਾਇਦ ਕੁਛ ਇੱਕ ਬੰਦਿਆਂ ਨੂੰ ਮੇਰੀਆਂ ਕਈਆਂ ਚੰਗੀਆਂ ਨਾ ਲੱਗਣ, ਉਹ ਅਵਤਾਰ ਨੂੰ ਪਤਾ ਵੀ ਕਿੰਨਾ ਕੁ ਲੋਕੀ ਆ ਜਿਹੜੇ ਜਦੋਂ ਰਿਐਕਟ ਕਰਦੇ ਨਾ ਮੇਰੀ ਗੱਲ ਨੂੰ। ਉਹ ਮੈਨੂੰ ਵੀ ਪਤਾ ਜੀ, ਮੈਂ ਵੀ ਦੇਖਿਆ ਤੁਹਾਡੀ ਇੱਕ ਗੱਲ ਤੇ ਰਿਐਕਟ ਕਰਦੇ ਲੋਕ ਜੀ। ਸਾਰਿਆਂ ਤੋਂ ਪਹਿਲੀ ਗੱਲ ਆ ਜਿਹੜੀ ਇਹ ਆ ਵੀ ਸਾਡੇ ਗੁਰਦੁਆਰਿਆਂ ਦੇ ਵਿੱਚ ਜਿੰਨੀਆਂ ਵੀ ਐਡਮਿਨਿਸਟ੍ਰੇਸ਼ਨਸ ਆ ਨਾ, ਉਹਨਾਂ ਦਾ ਲੌਂਗ ਟਰਮ ਵਿਜ਼ਨ ਹੈ ਨਹੀਂਗਾ। ਆਮ ਸੌਰੀ ਟੂ ਸੇ, ਜਿੱਥੋਂ ਤੱਕ ਯੈਸ
ਯੂਕਰੇਨ ਨਾਲ ਹਮਾਇਤ ਉਹ ਸ਼ੋਅ ਕਰਨੀ ਚਾਹੁੰਦੇ ਆ ਔਰ ਕੁਛ ਇੱਕ ਚੀਜ਼ਾਂ ਕੀਤੀਆਂ ਵੀ ਜਾ ਰਹੀਆਂ ਹੈਗੀਆਂ ਆ। ਅਰਦਾਸ ਕਰ ਦਿੱਤੀ ਜੋ ਕਿ ਸਿੱਖੀਜ਼ਮ ਦੇ ਵਿੱਚ ਹਿਊਮੈਨਿਟੀ ਵਾਸਤੇ ਬਣੀ ਹੋਈ ਹੈ। ਔਰ ਜਦ ਅਸੀਂ ਅਰਦਾਸ ਕਰਦੇ ਹਾਂ ਉਹਦੇ 'ਚ ਅਸੀਂ ਭਲਾ ਸਭ ਦਾ ਮੰਗਦੇ ਹਾਂ, ਇਕੱਲਾ ਅਸੀਂ ਯੂਕਰੇਨੀਅਨ ਦਾ ਭਲਾ ਨਹੀਂ ਮੰਗ ਰਹੇ, ਉਸ ਵੇਲੇ ਅਸੀਂ ਰਸ਼ੀਅਨਸ ਦਾ ਵੀ ਮੰਗ ਰਹੇ ਹਾਂ। ਦੈਟਸ ਦ ਬਿਊਟੀ ਆਫ ਸਿੱਖੀਜ਼ਮ, ਠੀਕ ਹੈ ਜੀ। ਪਰ ਜਿਹੜਾ ਉਹਦਾ ਨਾ, ਜੇ ਅਸੀਂ ਉਹਨੂੰ ਗਲੋਬਲ ਪੁਆਇੰਟ ਆਫ ਵਿਊ ਤੋਂ ਦੇਖੀਏ ਤਾਂ ਮੇਰਾ ਖਿਆਲ ਹੈ ਵੀ ਆਰ ਇਨ ਏ ਪੋਜੀਸ਼ਨ ਜਿੱਥੇ ਕਿ ਵੀ ਹੈਵ ਟੂ ਬੀ, ਸਾਨੂੰ ਬਹੁਤ ਹੀ ਸਾਵਧਾਨ ਹੋਣਾ ਪੈਣਾ। ਉਹਦਾ ਕਾਰਨ ਹੈ ਜਿਹੜਾ ਉਹ ਇਹ ਆ, ਇੰਡੀਆ ਤੇ ਰਸ਼ੀਆ ਦੀ ਸੰਧੀ ਆ ਇੱਕ ਦੂਜੇ ਦੇ ਨਾਲ। ਜੇ ਇੱਕ ਮੁਲਕ ਤੇ ਅਟੈਕ ਹੁੰਦਾ ਤਾਂ ਦੂਜਾ ਮੁਲਕ ਉਹਨੂੰ ਪ੍ਰੋਟੈਕਟ ਕਰੂਗਾ ਐਂਡ ਵਾਈਸ ਵਰਸਾ, ਠੀਕ ਹੈ ਜੀ। ਉਹ 71 ਦੀ ਲੜਾਈ ਤੋਂ ਪਹਿਲਾਂ ਉਹ ਸੰਧੀ ਸਾਈਨ ਹੋਈ ਸੀ ਔਰ ਰੀਸੈਂਟਲੀ ਉਹ ਅੱਗੇ ਸਾਈਨ ਕਰਕੇ ਆਪਣੇ ਕਰੰਟ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੇ ਉਹ ਅੱਗੇ ਵਧਾਤੀ ਹੈਗੀ ਆ ਜੀ। ਅੱਛਾ, ਇੰਡੀਆ ਤੇ ਚਾਈਨਾ ਦਾ ਇਸ਼ੂ ਆ ਬਿਲਕੁਲ, ਜਿਹੜਾ ਓਵਰਆਲ ਜਿਹੜੀ ਨਾ, ਹੁਣ ਇਸ ਕਰਕੇ ਅਸੀਂ ਜੇ ਕੁਝ ਕਰਨਾ ਵੀ ਚਾਹੁੰਦੇ ਹਾਂ, ਸਾਨੂੰ ਹਿਊਮੈਨੀਟੇਰੀਅਨ ਲਾਅ ਬੇਸ ਦੇ ਉੱਤੇ ਤਾਂ ਅਸੀਂ ਕਰ ਸਕਦੇ ਹਾਂ। ਪਰ ਜੇ ਅਸੀਂ ਕਹੀਏ ਵੀ ਅਸੀਂ ਜੀ ਓਪਨਲੀ ਯੂਕਰੇਨ ਦੀ ਸਪੋਰਟ ਕਰਨੀ ਆ ਤਾਂ ਉਹਦੇ ਵਿੱਚ ਅਸੀਂ ਬਿਲਕੁਲ ਕਰ ਸਕਦੇ ਹਾਂ, ਇਹ 'ਚ ਕੋਈ ਦੋ ਰਾਵਾਂ ਨਹੀਂ ਹੈ। ਪਰ ਉਹਦੇ ਵਿੱਚ ਇੱਕ ਚੀਜ਼ ਆ ਜਿਹੜੀ ਅਸੀਂ ਪਿੱਛੇ ਬੈਠੇ ਹੈਗੇ ਆ, ਜਾਂ ਜਿਹੜੇ ਯੂਰਪ ਦੇ ਵਿੱਚ ਆਪਣੇ ਬੈਠੇ ਹੈਗੇ, ਜਾਂ ਯੂਕਰੇਨ ਤੇ ਰਸ਼ੀਆ ਦੇ ਵਿੱਚ ਜਿਹੜੇ ਆਪਣੇ ਸਰਦਾਰ ਬੈਠੇ ਆ, ਵੀ ਹੈਵ ਟੂ ਥਿੰਕ ਅਬਾਊਟ them also। ਤੇ ਅਸੀਂ ਜਿਹੜਾ ਉਹ ਮੈਸੇਜ ਪਹੁੰਚਾਉਣਾ ਆ ਉਹਨੂੰ ਕਿਸ ਤਰ੍ਹਾਂ ਪਹੁੰਚਾਈਏ ਕਿ ਜਿਹੜੇ ਉੱਥੇ ਬੈਠੇ ਆ ਉਹਨਾਂ ਦਾ ਵੀ ਨੁਕਸਾਨ ਨਾ ਹੋਵੇ, ਪਰ ਜਿਹੜੀ ਇਹ ਲੜਾਈ ਵੀ ਰੁਕ ਜਾਵੇ ਔਰ ਘੱਟੋ ਘੱਟ ਐਟਲੀਸਟ ਸਿਚੁਏਸ਼ਨ ਆ ਜਿਹੜੀ ਅੱਜ ਦੀ ਸਿਚੁਏਸ਼ਨ ਆ ਇਹ ਤੋਂ ਵਰਸ ਨਾ ਹੋਵੇ। ਹਾਊ ਟੂ roll it back, that will be really a very delicate task to do ਜੀ। ਮੈਨੂੰ ਦੱਸ ਕੇ ਇੱਕ ਪਾਸੇ ਤਾਂ ਖੁਸ਼ੀ ਹੁੰਦੀ ਹੈ ਜੀ, ਦੂਜੇ ਪਾਸੇ ਇਹ ਵੀ ਲੱਗਦਾ ਹੈ ਕਿ ਜੋਸ਼ ਦੇ ਨਾਲ ਸਾਨੂੰ ਹੋਸ਼ ਦੀ ਬੜੀ ਜ਼ਰੂਰਤ ਹੈ, ਕਿਉਂਕਿ ਸਾਡੇ ਬਾਕੀ ਜਿਹੜੇ ਪ੍ਰੋਗਰਾਮ ਲਾਈਵ ਚੱਲਦੇ ਨੇ, ਜਿੱਦਾਂ ਖਬਰਾਂ ਦਾ ਸਿਰਾ ਜਾਂ ਪੋਲੀਟੀਕਲ ਟਰਬਲਸ ਕਰਕੇ ਪ੍ਰੋਗਰਾਮ ਚੱਲਦਾ ਆ, ਉਹਨਾਂ ਦੇ ਵਿੱਚ ਲੋਕ ਅਕਸਰ ਐਂ ਫੋਨ ਕਰਦੇ ਆ ਸਾਨੂੰ, ਕਿਉਂਕਿ ਲਾਈਵ ਫੋਨ ਇਨ ਪ੍ਰੋਗਰਾਮ ਹੁੰਦੇ ਆ ਕਿ ਭਾਈ ਅਸੀਂ ਯੂਕਰੇਨ ਜਾਣਾ ਆ ਤੇ ਸਾਨੂੰ ਦੱਸੋ ਜੀ ਕਿੱਦਾਂ ਪਹੁੰਚੀਏ। ਸੋ ਸਾਨੂੰ ਉਹਨਾਂ ਨੂੰ ਜਵਾਬ ਦੇਣਾ ਪਿਆ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨਾਲ ਗੱਲ ਕਰੋ ਜੇ ਤੁਸੀਂ ਜਾਣਾ ਚਾਹੁੰਦੇ ਹੋ। ਸੋ ਜਜ਼ਬਾ ਜ਼ਰੂਰ ਹੈ ਜੀ ਸਾਡੇ ਵਿੱਚ, ਜੋਸ਼ ਬਹੁਤ ਹੈ ਪੰਜਾਬੀਆਂ ਦੇ ਵਿੱਚ, ਪਰ ਅਵਤਾਰ ਉੱਥੇ ਮੈਨੂੰ ਲੱਗਦਾ ਹੈ ਕਿ UN ਦੇ ਸਾਹਮਣੇ ਅਸੀਂ ਕਈ ਵਾਰ ਰੋਸ ਮੁਜ਼ਾਹਰੇ ਕੀਤੇ ਨੇ, ਸਿੱਖਾਂ ਨੇ, ਪੰਜਾਬੀਆਂ ਨੇ, ਇੰਡੀਅਨਸ ਨੇ ਬਹੁਤ ਰੋਸ ਮੁਜ਼ਾਹਰੇ ਕੀਤੇ ਨੇ, ਕਈ ਕਾਜ਼ਸ ਨੂੰ ਲੈ ਕੇ ਕੀਤੇ ਨੇ ਇਨਫੈਕਟ। ਤੇ ਕੀ ਇਹੋ ਜਿਹਾ ਕੋਈ ਗੈਦਰਿੰਗ ਡਿਮਾਂਡ ਕਰਨ ਲਈ ਕਿ ਇੰਡੀਅਨਸ ਨੂੰ ਘੱਟੋ ਘੱਟ ਜਾਂ ਅਮਰੀਕਨਸ ਨੂੰ ਉੱਥੋਂ ਸੇਫਲੀ ਕੱਢਿਆ ਜਾਵੇ, ਕੋਈ ਇਸ ਤਰ੍ਹਾਂ ਦੀ ਗੱਲਬਾਤ ਹੈ ਚਰਚਾ ਦੇ ਵਿੱਚ ਜਾਂ ਨਹੀਂ? ਜਾਂ ਤੂਰ ਸਾਹਿਬ ਨੂੰ ਸ਼ਾਇਦ ਪਤਾ ਹੋਵੇ ਇਸ ਚੀਜ਼ ਬਾਰੇ। ਮੈਂ ਥੋੜੀ ਜੀ ਗੱਲ ਪਹਿਲਾਂ ਇਹਦੇ ਵਿੱਚ ਉਹ ਕਰਨੀ, ਬਾਅਦ ਦੇ ਵਿੱਚ ਤੂਰ ਸਾਹਿਬ ਅਵਤਾਰ ਭਾਜੀ ਨੂੰ ਜਵਾਬ ਦੇ ਲੈਣ ਦਿਓ, ਫਿਰ ਮੈਂ ਗੱਲ ਕਰਦਾ। ਹਾਂਜੀ ਅਵਤਾਰ ਜੀ ਕੋ। ਹਾਂ, ਮੈਂ ਤਾਂ ਇੱਕ ਸੈਕਿੰਡ ਦੇ ਵਿੱਚ ਆਪਣੀ ਗੱਲ ਖਤਮ ਕਰੂੰਗਾ। ਤੇ ਉਹ ਇਹ ਹੈ ਵੀ ਦੇਖੋ, ਇੱਕ ਚੀਜ਼ ਨਾ ਸਾਨੂੰ ਸਾਰਿਆਂ ਨੂੰ ਸਮਝਣੀ ਚਾਹੀਦੀ ਹੈ ਵੀ ਜਦੋਂ ਇਹ ਵਾਰ ਸ਼ੁਰੂ ਹੋਣੀ ਸੀ ਨਾ, ਤਕਰੀਬਨ 10 ਦਿਨ ਪਹਿਲਾਂ, 15 ਦਿਨ ਪਹਿਲਾਂ ਜਾਂ 1 ਮਹੀਨਾ ਪਹਿਲਾਂ ਵੀ, ਤਾਂ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਸੀ ਵੀ ਜਿਹੜੀ ਲੜਾਈ ਆ ਉਹ ਲੱਗਣੀ ਆ। ਔਰ US ਦੀ ਗਵਰਨਮੈਂਟ ਨੇ ਬਹੁਤ ਦੇਰ ਪਹਿਲਾਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ, ਐਡਵਾਈਜ਼ਰੀ ਜਾਰੀ ਕਰ ਦਿੱਤੀ ਸੀ ਵੀ ਜਿੰਨੇ ਵੀ ਅਮਰੀਕਨ ਨੇ ਉਹ ਸਾਰੇ ਜਿਹੜੇ ਆ ਯੂਕਰੇਨ ਛੱਡਣ, ਵੀ ਯੂਕਰੇਨ ਛੱਡ ਕੇ ਵਾਪਸ ਆ ਜਾਣ। ਔਰ ਇੱਕ ਵਾਰ ਨਹੀਂ, ਇਹ ਵਾਈਟ ਹਾਊਸ ਨੇ ਬਾਰ-ਬਾਰ ਇੱਥੋਂ ਬਿਆਨ ਆਉਂਦੇ ਰਹੇ ਵੀ ਜਿੰਨੇ ਵੀ ਲੋਕ ਨੇ ਉਹ ਸਾਰੇ ਯੂਕਰੇਨ ਛੱਡਣ। ਈਵਨ ਕਿ ਲੜਾਈ ਤੋਂ 1 ਦਿਨ ਪਹਿਲਾਂ ਵੀ ਸਾਰੇ ਅਮਰੀਕਨ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਆਪਣਾ ਮੁਲਕ ਦੇ ਵਿੱਚ ਵਾਪਸ ਆਓ, ਯੂਕਰੇਨ ਛੱਡੋ। ਜੇ ਤੁਸੀਂ ਇਹੀ ਗੱਲ ਦੇਖੋ ਤਾਂ ਭਾਰਤ ਸਰਕਾਰ ਨੇ ਵੀ ਐਡਵਾਈਜ਼ਰੀ ਜਾਰੀ ਕੀਤੀ ਸੀ ਵੀ ਤੁਸੀਂ ਵਾਪਸ ਆਓ। ਦੇਖੋ, ਅਮਰੀਕਾ ਫਾਈਟ ਨਹੀਂ ਕਰ ਰਿਹਾ ਯੂਕਰੇਨ ਦੇ ਵਿੱਚੋਂ ਅਮਰੀਕਨ ਨੂੰ ਕੱਢਣ ਲਈ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਜਿਹੜੀ ਗੱਲ ਮੰਨ ਕੇ ਆ ਉਹ ਵਾਪਸ ਆ ਗਏ ਆ, ਔਰ ਮੈਨੂੰ ਨਹੀਂ ਲੱਗਦਾ ਵੀ ਉੱਥੇ ਕੋਈ ਜਿਹੜਾ ਅਮਰੀਕਨ ਬਚਿਆ ਹੋਣਾ। ਪਰ ਭਾਰਤੀ ਲੋਕ ਉੱਥੇ ਕਿਉਂ ਸਟਕ ਹੋਏ ਨੇ? ਠੀਕ ਹੈ, ਉਹ ਉੱਥੇ ਕਿਉਂ ਅੱਜ ਮਤਲਬ ਅਸੀਂ 70,000 ਦੇ ਕਰੀਬ ਉੱਥੇ ਸਟੂਡੈਂਟ ਆ। ਕੱਲ ਮੈਂ ਜਿਹੜਾ ਪ੍ਰੋਗਰਾਮ ਜਿਹੜਾ D5 ਦੇ ਉੱਤੇ ਤੁਸੀਂ ਕੀਤਾ ਉਸ ਦੇ ਵਿੱਚ ਡਾਕਟਰ ਹਰਸ਼ਿੰਦਰ ਕੌਰ ਦੇ ਨਾਲ ਮੈਂ ਉਹਦਾ ਵੇਰਵਾ ਵੀ ਦੇਣਾ ਚਾਹੂੰਗਾ ਕਿ ਜਿਸ ਤਰੀਕੇ ਉਹਨਾਂ ਨੇ ਦੱਸਿਆ ਵੀ ਕਿੰਨੇ ਸਾਡੇ ਜਿਹੜੇ ਉੱਥੇ ਸਟੂਡੈਂਟ ਨੇ ਜਿਹੜੇ ਉੱਥੇ ਗਏ ਹੋਏ ਆ, ਇੰਨੇ ਸਟੂਡੈਂਟ ਕਿਉਂ ਗਏ ਹੋਏ ਆ, ਉਹ ਇੱਕ ਅਲੱਗ ਵਿਸ਼ਾ ਹੈ। ਮੈਂ ਮਾਫ ਕਰਿਓ, ਕਿਉਂਕਿ ਉਹ ਗਿਣਤੀ ਜਿਹੜੀ
ਯੂਕਰੇਨ ਦੀ ਇੱਕ ਗਵਰਨਮੈਂਟ ਨੇ ਦਿੱਤੀ ਹੈ ਕਿ 18,000 ਵਿਦਿਆਰਥੀ ਸਾਡੇ ਹਰ ਸਾਲ ਜਾਂਦੇ ਨੇ ਤੇ 70,000 ਉਹਨਾਂ ਨੇ ਟੋਟਲ ਦੱਸੇ ਸੀਗੇ ਜੀ ਆਲ ਓਵਰ ਦ ਵਰਲਡ, ਜਿਹੜੀ ਉਹਨਾਂ ਨੇ ਅਮਾਊਂਟ ਵੀ ਦੱਸੀ ਸੀ ਕਿ ਇੰਨਾ ਡਾਲਰ ਸਾਡਾ ਡਰੇਨ ਹੋ ਰਿਹਾ ਬਾਹਰਲੇ ਮੁਲਕਾਂ ਨੂੰ ਪੜ੍ਹਾਈ ਦੇ ਲਈ ਸਿਰਫ। ਤੇ 18,000 ਕਨਫਰਮਡ ਰਿਪੋਰਟ ਹੈ, 18,000 ਕੁਛ ਸਟੂਡੈਂਟ ਸਾਡੇ ਯੂਕਰੇਨ ਦੇ ਵਿੱਚ ਸੀਗੇ। ਤੇ ਜਦੋਂ ਉਹਨਾਂ ਨੇ ਵਾਪਸ ਆਉਣਾ ਚਾਹਿਆ ਕਿ ਭਾਈ ਅਸੀਂ ਯੂਕਰੇਨ ਦੇ ਕਾਲਜ ਸਾਡੀ ਆਨਲਾਈਨ ਪੜ੍ਹਾਈ ਕਰ ਲਿਓ, ਸਾਨੂੰ ਜਾ ਲੈਣ ਦਿਓ, ਤਾਂ ਇਹ ਕਿਹਾ ਗਿਆ ਕਿ ਤੁਹਾਡੀ ਜਾਂ ਤਾਂ ਪੜ੍ਹਾਈ ਬਿਲਕੁਲ ਖਤਮ ਹੈ ਕਿਉਂਕਿ ਆਨਲਾਈਨ ਨਹੀਂ ਕਲਾਸਾਂ ਲੱਗਣਗੀਆਂ ਤੇ ਕਲਾਸਿਸ ਸਿਰਫ ਫਿਜ਼ੀਕਲੀ ਜੇ ਆਉਂਗੇ ਪ੍ਰੈਜ਼ੈਂਟ ਹੋਵੋਗੇ ਤਾਂ ਲੱਗਣਗੀਆਂ। ਇਹ ਵੀ ਇੱਕ ਰੀਜ਼ਨ ਸੀ ਜੀ। ਹਾਂ, ਇਹ ਵੀ ਇੱਕ ਰੀਜ਼ਨ ਸੀ, ਲੇਕਿਨ ਕਿਹਦੇ ਨੇ ਅਵਤਾਰ ਜਦ ਫਿਨਿਸ਼ ਕਰਦਾ ਆਈ ਵਿਲ ਐਡ ਸਮਥਿੰਗ। ਅਵਤਾਰ ਯੂ ਗੋ ਅਹੈਡ ਜੀ। ਦੇਖੋ ਬਿਲਕੁਲ ਠੀਕ ਹੈ, ਲੇਕਿਨ ਕਹਿੰਦੇ ਨੇ ਨਿਊਜ਼ ਤਾਂ ਅਸੀਂ ਹਰ ਇੱਕ ਬੰਦਾ ਸੁਣਦੇ ਆ ਨਾ। ਠੀਕ ਹੈ, ਬੇਸ਼ੱਕ ਉੱਥੇ ਦੀ ਗਵਰਨਮੈਂਟ ਨੇ ਕੁਝ ਵੀ ਕਿਹਾ ਹੋਵੇ ਜਾਂ ਹੁਣ ਸਾਡੇ ਕੋਲੇ ਇਸ ਗੱਲ ਦਾ ਕੋਈ ਮਤਲਬ ਕਿੰਨਾ ਕੁ ਉਹ ਐਵੀਡੈਂਸ ਹੈਗੇ ਵੀ ਹਾਂ ਜਿਹੜੀਆਂ ਇਹ ਚੀਜ਼ਾਂ ਉੱਥੇ ਹੋਈਆਂ ਨੇ, ਪਰ ਅਗਰ ਉਸ ਤੋਂ ਬਾਅਦ ਦੇ ਵਿੱਚ ਦੇਖ ਲਈਏ ਜਦੋਂ ਲੜਾਈ ਲੱਗ ਗਈ ਹੈ, ਠੀਕ ਹੈ, ਨਹੀਂ ਤਾਂ ਗਵਰਨਮੈਂਟ ਦਾ ਇੰਡੀਆ ਗਵਰਨਮੈਂਟ ਦਾ ਬਾਅਦ ਦੇ ਵਿੱਚ ਕੀ ਸਹਿਯੋਗ ਰਿਹਾ? ਪੂਰੀ ਦੁਨੀਆ ਨੂੰ ਇਸ ਗੱਲ ਦਾ ਪਤਾ ਹੈ ਵੀ ਹਾਂ ਉਹ ਪੋਲੈਂਡ ਦੇ ਬਾਰਡਰ ਤੇ ਜਾਣ ਦੀ ਕੋਸ਼ਿਸ਼ ਕਰਦੇ ਆ, ਜੋ ਕਿਤੇ ਵੀ ਜਾਣ ਦੀ ਕੋਸ਼ਿਸ਼ ਕਰਦੇ ਆ। ਤੇ ਉਹ ਭਾਰਤੀ ਮਿਨਿਸਟਰ ਇਹ ਕਹਿ ਰਿਹਾ ਵੀ ਤੁਸੀਂ ਮੁਲਕ ਦੇ ਇਸ ਖੂੰਜੇ ਤੋਂ ਇਸ ਖੂੰਜੇ ਤੇ ਆ ਜਾਓ ਤੇ ਅਸੀਂ ਤੁਹਾਨੂੰ ਰੈਸਕਿਊ ਕਰ ਲਵਾਂਗੇ। ਹਾਊ ਇਜ਼ ਦੈਟ ਪੋਸੀਬਲ? ਤੁਸੀਂ ਉੱਥੋਂ ਰੈਸਕਿਊ ਕਿਉਂ ਨਹੀਂ ਕਰਦੇ? ਤੁਹਾਡੀ ਅਗਰ ਰਸ਼ੀਆ ਦੇ ਨਾਲ ਗੱਲ ਸਿੱਧੀ ਹੈ, ਤੁਹਾਡੀ ਬਾਕੀ ਮੁਲਕਾਂ ਦੇ ਨਾਲ ਗੱਲ ਸਿੱਧੀ ਹੈ, ਤਾਂ ਤੁਸੀਂ ਕਿਤੋਂ ਵੀ ਰੈਸਕਿਊ ਕਰ ਸਕਦੇ ਹੋ। ਪਰ ਗੱਲ ਇਹ ਹੈ ਵੀ ਕਿਉਂਕਿ ਸਾਡੇ ਜਿਹੜੇ ਇਰਾਦੇ ਨੇ ਉਹ ਮੇਰਾ ਖਿਆਲ ਸ਼ਾਇਦ ਓਨੇ ਠੀਕ ਨਹੀਂ ਹੈਗੇ। ਬਾਕੀ ਰਵੀ ਸਿੰਘ ਖਾਲਸਾ ਏਡ ਦਾ ਤੁਸੀਂ ਜ਼ਿਕਰ ਕੀਤਾ, ਦੇ ਆਰ ਟਰਾਈਂਗ ਟੂ ਗੈਟ ਇਨ, ਬਟ ਕਿਉਂਕਿ ਉਹ ਅੰਦਰ ਤੁਸੀਂ ਨਹੀਂ ਜਾ ਸਕਦੇ, ਉਹ ਬਾਹਰੋਂ ਮਦਦ ਕਰ ਸਕਦੇ, ਅੰਦਰ ਨਹੀਂ ਜਾ ਸਕਦੇ। ਅਗਰ ਉਹ ਅੰਦਰ ਹੁੰਦੇ ਤਾਂ ਅੰਦਰੋਂ ਮਦਦ ਕਰਦੇ। ਸੋ ਇੱਥੇ ਵੀ ਜਿੰਨੇ ਲੋਕ ਨੇ ਉਹਨਾਂ ਨੇ ਬੇਸ਼ੱਕ ਤੂਰ ਸਾਹਿਬ ਨੂੰ ਪਤਾ ਹੀ ਆ ਕਿ UN ਦੇ ਮੂਹਰੇ ਜਾ ਕੇ ਨਾ ਜਿਹੜੇ ਮੁਜ਼ਾਹਰੇ ਉਹ ਹੋਏ ਆ, ਸਾਡੇ ਲੋਕਾਂ ਨੇ ਵੀ ਜਾ ਕੇ ਉਹਦੇ ਵਿੱਚ ਯੂਕਰੇਨੀਅਨ ਦੇ ਨਾਲ ਉੱਥੇ ਜਾ ਕੇ ਪਾਰਟਿਸਿਪੇਟ ਕੀਤਾ। ਮਤਲਬ ਵੱਖਰਾ ਮੁਜ਼ਾਹਰਾ ਕੋਈ ਹੋਇਆ ਮੈਨੂੰ ਹਾਲੇ ਉਹਦੇ ਤੋਂ ਤਾਂ ਮੈਂ ਅਵੇਅਰ ਨਹੀਂ ਹੈ, ਸ਼ਾਇਦ ਤੂਰ ਸਾਹਿਬ ਉਹਦੇ ਲਈ ਬੈਟਰ ਦੱਸ ਸਕਣ, ਬਟ ਉੱਥੇ ਮੁਜ਼ਾਹਰੇ ਹੋਏ ਆ, ਉੱਥੇ ਇਹ ਗੱਲਾਂ ਰੱਖੀਆਂ ਗਈਆਂ ਨੇ ਔਰ ਉੱਥੋਂ ਮੇਰਾ ਖਿਆਲ ਆ ਉਹ ਜਿਹੜਾ ਮੈਮੋਰੈਂਡਮ ਤੋਂ ਲੈ ਲੈਂਦੇ ਆ ਵੀ ਹਾਂ ਤੁਸੀਂ ਕੀ ਕਹਿਣਾ ਹੈ ਤੇ ਤੁਹਾਡੀ ਗੱਲ ਉਹ ਸੁਣਦੇ ਆ। ਪਰ ਹਾਂ ਅਗੇਨ ਜਿਹੜਾ ਇਹ ਵੀ ਕੋਈ ਵੀ ਐਕਟ ਹੋਣਾ ਨਾ ਉੱਥੋਂ ਭਾਰਤੀਆਂ ਨੂੰ ਕੱਢਣਾ, ਇਹਦੇ ਵਿੱਚ ਤਾਂ ਰੋਲ ਜਿਹੜਾ ਉਹ ਭਾਰਤ ਸਰਕਾਰ ਨੇ ਹੀ ਨਿਭਾਉਣਾ ਹੈ। ਬਾਹਰ ਬੈਠਾ ਕੋਈ ਵੀ ਬੰਦਾ ਜਾਂ ਕੋਈ ਵੀ ਹੋਰ ਗਵਰਨਮੈਂਟ ਹੈ ਜਿਹੜੀ ਉਹ ਉਹਦੇ ਤੇ ਕੋਈ ਮਤਲਬ ਇੰਨਾ ਜ਼ਿਆਦਾ ਪ੍ਰੈਸ਼ਰ ਨਹੀਂ ਬਣਾ ਸਕਦੀ ਜਾਂ ਇੰਨਾ ਕੁਝ ਨਹੀਂ ਕਰ ਸਕਦੀ, ਕਿਉਂਕਿ ਜਿੰਨੀ ਦੇਰ ਉਹ ਭਾਰਤ ਗਵਰਨਮੈਂਟ ਹੈ ਜਿਹੜੀ ਉਹ ਆਪ ਇੰਟਰਵੀਨ ਨਹੀਂ ਕਰਦੀ। ਜੀ ਤੂਰ ਸਾਹਿਬ, ਮੈਂ ਇਹਦੇ ਵਿੱਚ ਨਾ ਇੱਕ ਚੀਜ਼ ਹੋਰ ਜਿਹੜੀ ਆ ਐਡ ਕਰਨੀ ਚਾਹੁੰਦਾ। ਮੈਨੂੰ ਨਹੀਂ ਪਤਾ ਵੀ ਟਾਈਮ ਕਿੰਨਾ ਕੁ ਰਹਿੰਦਾ ਆ, ਔਰ ਮੇਰਾ ਖਿਆਲ ਹੈ ਇਟਸ ਅ ਟੋਟਲੀ ਡਿਫਰੈਂਟ ਇਸ਼ੂ ਟੂ ਬੀ ਡਿਸਕਸਡ ਐਟ ਅ ਡਿਫਰੈਂਟ ਟਾਈਮ। ਦੇਖੋ, ਇੱਕ ਪਹਿਲੂ ਸਾਨੂੰ ਹੋਰ ਭੁੱਲਣਾ ਨਹੀਂ ਚਾਹੀਦਾ। ਇੱਕ ਤਾਂ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਉਹ ਇੰਡੀਅਨ ਗਵਰਨਮੈਂਟ ਇਹ ਕਹਿੰਦੀ ਉਹ ਇਸ ਕਰਕੇ ਕਿਉਂਕਿ ਇੰਡੀਅਨ ਗਵਰਨਮੈਂਟ ਦੀ ਰਸ਼ੀਆ ਨਾਲ ਸੰਧੀ ਜਿਹੜੀ ਆਪਾਂ ਗੱਲ ਕਰਦੇ ਹਟੇ ਆ, ਕੀ ਇੰਡੀਅਨ ਗਵਰਨਮੈਂਟ ਯੂਕਰੇਨ ਦੇ ਵਿੱਚ ਜਾਣ ਨੂੰ ਤਿਆਰ ਆ? ਨੋ, ਕਿਉਂਕਿ ਰਸ਼ੀਆ ਨਾਲ ਸੰਧੀ ਆ। ਅੱਛਾ, ਦੂਜੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ, ਆਲ ਆਫ ਅ ਸਡਨ ਯੂਕਰੇਨ ਦੀ ਜਿਹੜੀ ਲੜਾਈ ਆ ਉਹ ਇੰਨੀ ਕਿਉਂ ਮੀਡੀਆ ਦੇ ਉੱਤੇ ਗਈ? ਯਮਨ ਦੇ ਵਿੱਚ ਲੜਾਈ ਚੱਲ ਰਹੀ ਆ, ਸਾਲਾਂ ਬੱਤੀ ਹੋ ਗਏ ਆ, ਨਿਆਣੇ ਭੁੱਖੇ ਮਰ ਰਹੇ ਆ ਜੀ। देयर इज नो न्यूज़, nobody talks about it। ਸੀਰੀਆ ਦੇ ਵਿੱਚ ਇੰਨੀ ਜਨਤਾ ਮਰੀ ਆ, ਅੱਜ ਦੀ ਡੇਟ 'ਚ ਵੀ ਮਰ ਰਹੀ ਆ, you don't hear it, you don't see it। ਪੈਲਸਟੀਨੀਅਨ ਦਾ ਇਸ਼ੂ ਆ, nobody talks about it। ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਆ ਉਹ ਮੈਂ ਇਹ ਕਹਿਣੀ ਚਾਹੁੰਦਾ ਵੀ ਲੈਟ ਮੀ ਸੇ ਇਟ ਬਲੰਟਲੀ ਕਿ ਕਿਉਂਕਿ ਯੂਕਰੇਨੀਅਨਸ ਆ ਜਿਹੜੇ ਉਹ ਵਾਈਟ ਆ, they are Christians जी, and that is the reason ke western democracies are trying to protect their own look alike people। ਜਿਹੜੇ ਮਾਈਨੋਰਿਟੀ ਜਾ ਰਹੇ ਹੈਗੇ ਆ, ਈਵਨ ਯੂਕਰੇਨ ਦੇ ਵਿੱਚ ਵੀ ਤੁਸੀਂ ਬਾਰਡਰ ਦੇ ਉੱਤੇ ਜਿਹੜੇ ਬੰਦੇ ਤੁਰ ਕੇ ਵੀ ਜਾ ਰਹੇ ਆ ਨਾ, ਉਹਨਾਂ ਨੂੰ ਜਦੋਂ ਬਾਰਡਰ ਕ੍ਰਾਸ ਕਰਨ ਲੱਗਦੇ ਆ they have issues, wherever the color is different than white ਜੀ, ਚਾਹੇ ਉਹ ਇੰਡੀਅਨ ਆ ਚਾਹੇ ਉਹ ਅਫਰੀਕਨ ਆ, they had really difficult time to get in। ਜੀ 15 ਲੱਖ ਬੰਦਾ ਆ ਜਿਹੜਾ ਉਹ ਮੂਵ ਕੀਤਾ ਵਰਲਡ ਵਾਰ 2 ਤੋਂ ਬਾਅਦ। this is the biggest migration। ਔਰ ਜਿਹੜੇ ਅਸੀਂ ਪੰਜਾਬ 'ਚ ਰਹਿੰਦੇ ਆ, ਅਸੀਂ ਉਸ ਵੇਲੇ ਨਹੀਂ ਸੀ ਇਸ ਧਰਤੀ ਦੇ ਉੱਤੇ, ਪਰ ਅਸੀਂ ਰੋਜ਼ ਉਹ ਚੀਜ਼ਾਂ ਦੇਖਦੇ ਆ। ਅਸੀਂ ਜਾਂ ਪੰਜਾਬ ਦਾ ਨਕਸ਼ਾ ਦੇਖਦੇ ਆ, ਪੰਜਾਬ ਦੀ ਅਸੀਂ ਜਾਂ ਸ਼ਕਲ ਦੇਖਦੇ ਆ। ਮੈਂ ਰਾਤੀ ਬਾਈ ਚਾਂਸ ਆਈ ਵਾਸ ਫਲਿਪਿੰਗ ਦਾ ਚੈਨਲ, ਮੈਂ ਭਾਗ ਮਿਲਖਾ ਭਾਗ ਅਜੇ ਮੂਵੀ ਨਹੀਂ ਦੇਖੀ,
ਤਾਂ ਕਿਸੇ ਚੈਨਲ ਦੇ ਉੱਤੇ ਆ ਰਹੀ ਸੀ ਤਾਂ ਉਹਦੇ ਵਿੱਚ ਨਾ ਇੱਕ ਪਾਕਿਸਤਾਨ ਦਾ ਸੀਨ ਦਿਖਾਇਆ ਵੀ ਜਿਹਦੇ ਵਿੱਚ ਉਹ ਮਿਲਖਾ ਸਿੰਘ ਪਾਕਿਸਤਾਨ ਜਾਂਦਾ ਤੇ ਆਪਣਾ ਜਿੱਥੇ ਜਿਸ ਪਿੰਡ ਤੋਂ ਸੀ ਉੱਥੇ ਜਾਂਦਾ, ਉੱਥੇ ਦਾ ਸੀਨ ਦਿਖਾਇਆ ਮਰਿਆਂ ਦਾ, ਕਿਉਂਕਿ ਉਹ ਮਾਈਗ੍ਰੇਟ ਹੋ ਕੇ ਆਇਆ ਸੀ। ਸੋ ਸਾਡੇ ਵਾਸਤੇ ਜਿਹੜੀ ਇਹ ਲੜਾਈ ਆ 65 ਦੀ ਲੜਾਈ, 71 ਦੀ ਲੜਾਈ, ਇਟ ਇਜ਼ ਮੋਰ ਪਰਸਨਲ ਪੰਜਾਬੀਆਂ ਵਾਸਤੇ, ਸਿੱਖਾਂ ਵਾਸਤੇ ਦੈਨ ਐਨੀਬਡੀ ਐਲਸ। ਸੋ ਇਸ ਕਰਕੇ ਸਾਡਾ ਨਜ਼ਰੀਆ ਆ ਜਿਹੜਾ ਨਾ ਇਟ ਇਜ਼ ਬੇਸਡ ਔਨ ਦੋਜ਼ ਫੈਕਟਸ ਤੇ ਕੀ ਹੁੰਦਾ, ਔਰ ਅਸੀਂ ਸੋਚ ਸਕਦੇ ਹਾਂ ਔਰ ਸਮਝ ਸਕਦੇ ਹਾਂ, ਔਰ we genuinely feel the pain of the people who are going through that ਲੜਾਈ irrespective of their color of the skin। ਔਰ ਇਸੇ ਕਰਕੇ ਖਾਲਸਾ ਜੀ ਉੱਥੇ ਏਡ ਲੈ ਕੇ ਪਹੁੰਚੇ ਆ ਭਈ ਸਿੱਖਾਂ ਵਾਸਤੇ it is beyond color and creed that we serve the humanity। मानस की जात सबे एक पहचान, वो दैट इज द मैसेज एंड दैट्स वाई ਅਸੀਂ ਅੱਜ ਦੀ ਡੇਟ 'ਚ ਵੀ ਇੰਨਾ ਕੁਝ ਸਭ ਕਾਸੇ ਦੇ ਵਿੱਚੋਂ ਗੁਜ਼ਰਨ ਦੇ ਬਾਵਜੂਦ ਵੀ ਅਸੀਂ ਸਿਰ ਉੱਚਾ ਕਰਕੇ ਤੁਰਦੇ ਹਾਂ ਐਂਡ दैट इज द रीजन ਜੀ। ਪਰ ਮੇਰਾ ਸਵਾਲ ਇੱਕ ਇਹ ਹੈ, ਸੌਰੀ ਟੂ ਇੰਟਰਰਪਟ, ਵੀ ਇੰਡੀਆ ਗਵਰਨਮੈਂਟ ਲਈ ਕਿੰਨਾ ਔਖਾ ਹੈ? ਡਸਨਟ ਮੈਟਰ ਵੀ ਹਾਂ ਉਹਦਾ ਰਸ਼ੀਆ ਦੇ ਨਾਲ ਸਮਝੌਤਾ ਹੈ, ਠੀਕ ਹੈ, ਉਹ ਜਾ ਕਿਸੇ ਦਾ ਇੰਟਰਵੀਨ ਨਹੀਂ ਕਰ ਸਕਦਾ ਯੂਕਰੇਨ ਦੇ ਵਿੱਚ, ਬਟ ਕੀ ਉਹ ਰਸ਼ੀਆ ਨੂੰ ਰਿਕੁਐਸਟ ਕਰ ਸਕਦਾ ਹੈ? ਹਾਂ, ਉਹਨੇ ਰਸ਼ੀਆ ਨੂੰ ਰਿਕੁਐਸਟ ਬਹੁਤ ਕੀਤੀ ਆ। ਖੈਰ ਉਹਦੇ ਵਿੱਚ ਅਵਤਾਰ ਇੱਕ ਦਰਸ਼ਕ ਦਾ ਸੁਝਾਅ ਸੀ, ਕਿਉਂਕਿ ਹੁਣ ਸਮਾਂ ਬਹੁਤ ਸੀਮਤ ਰਹਿ ਗਿਆ ਆ, ਅਸੀਂ ਵਾਈਂਡ ਅਪ ਵੀ ਕਰਨਾ ਚਾਹਾਂਗੇ ਪ੍ਰੋਗਰਾਮ ਨੂੰ ਜਲਦੀ, ਜੇ ਕੋਈ ਇੰਪੋਰਟੈਂਟ ਗੱਲ ਹੋਵੇ ਆਪਾਂ ਕਰ ਲਾਂਗੇ। ਪਰ ਇੱਕ ਦਰਸ਼ਕ ਦਾ ਸਾਡੇ ਲਾਈਵ ਪ੍ਰੋਗਰਾਮ ਦੇ ਵਿੱਚ ਆਇਆ ਸੀਗਾ ਸੁਝਾਅ, ਕਹਿੰਦਾ ਜੀ ਵਾਈ ਡਜ਼ਨਟ ਇੰਡੀਆ ਹਾਇਰ ਕਿ ਪੋਲੈਂਡ ਤੋਂ ਹੋਰ ਮੁਲਕਾਂ ਤੋਂ, ਨੇੜੇ ਦੇ ਮੁਲਕਾਂ ਤੋਂ ਕੋਈ ਫਲਾਈਟਸ ਅਰੇਂਜ ਕਰੇ ਤੇ ਤੁਰੰਤ ਉੱਥੋਂ ਬਾਹਰ ਕੱਢੇ ਇੰਡੀਅਨਸ ਨੂੰ। ਸੋ ਉਹਦੇ 'ਚ ਕੀ ਸੀਗਾ ਕਿ ਖਰਚਾ ਜ਼ਰੂਰ ਹੋਣਾ ਸੀਗਾ, ਉਹ ਖੈਰ ਭਾਰਤ ਸਰਕਾਰ ਨੇ ਬਾਅਦ 'ਚੋਂ ਕੋਸ਼ਿਸ਼ਾਂ ਕੀਤੀਆਂ, ਪਰ ਜਿਹੜੇ ਬੱਚੇ ਉੱਥੇ ਫਸੇ ਹੋਏ ਨੇ ਜੀ ਖੀਵ ਦੇ ਵਿੱਚ, ਬੰਕਰਸ ਦੇ ਵਿੱਚ ਰਹਿ ਰਹੇ ਨੇ, ਉਹ ਇੰਨੇ ਕੁ ਤੰਗ ਹੋ ਗਏ ਕਿ ਪਰਸੋਂ ਦੀ ਗੱਲ ਆ ਤੂਰ ਸਾਹਿਬ, ਇਹ ਬੱਚਿਆਂ ਨੇ ਇਹ ਕਿਹਾ ਕਿ ਭਾਈ ਅਸੀਂ ਤਾਂ ਤੁਰ ਕੇ ਹੁਣ ਰਸ਼ੀਆ ਬਾਰਡਰ ਤੇ ਜਾਣ ਲੱਗੇ ਆ, ਉੱਥੇ 30-40 ਮਿੰਟ ਦਾ ਰਸਤਾ ਹੈ ਸਾਨੂੰ, ਚਾਹੇ ਕੁਝ ਵੀ ਹੋ ਜੇ। ਦੈਨ ਇੰਡੀਅਨ ਐਮਬੈਸੀ ਫੋਰਨ ਮਿਨਿਸਟਰ ਇੰਟਰਵੇਨਡ, ਉਹਨਾਂ ਨੂੰ ਕਾਲ ਕੀਤਾ ਕਿ ਅਸੀਂ ਤੁਹਾਨੂੰ ਭਾਈ ਜਲਦੀ ਕੱਢ ਰਹੇ ਹਾਂ, ਤੇ ਫਿਰ ਇੱਕ ਰਸ਼ੀਆ ਨੇ ਵੀ ਕਿਹਾ ਕਿ ਫਲਾਣਾ ਸੇਫ ਪੈਸੇਜ ਅਸੀਂ ਦਿੰਦੇ ਹਾਂ ਜੀ ਕੁਛ ਚਿਰ ਲਈ, ਤੇ ਉੱਥੇ ਅਸੀਂ ਸੀਜ਼ ਫਾਇਰ ਕਰਦੇ ਹਾਂ। ਸੋ ਇਸ ਤਰ੍ਹਾਂ ਦੀਆਂ ਗੱਲਾਂ ਨੇ ਤੂਰ ਸਾਹਿਬ ਜਾਂ ਅਵਤਾਰ ਜੀ, ਜੇ ਕੋਈ ਹੋਰ ਇੰਪੋਰਟੈਂਟ ਗੱਲ ਹੈ ਤਾਂ ਪਲੀਜ਼ ਅਸੀਂ ਕਰ ਲਈਏ ਤੇ ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ ਵੱਧਦੇ ਹਾਂ ਜੀ। ਅਵਤਾਰ ਗੋ ਅਹੈਡ ਜੀ। ਤੂਰ ਸਾਹਿਬ ਜੀ। ਨੋ ਆਮ ਓਕੇ। ਅਵਤਾਰ ਦਾ ਮਾਈਕ ਹੈ ਜਿਹੜਾ ਉਹ ਨਹੀਂ ਕੰਮ ਕਰ ਰਿਹਾ। ਦੇਖੋ ਭਾਜੀ ਇਦਾਂ ਆ ਭਈ ਆਮ ਗੋਇੰਗ ਟੂ ਰੈਪ ਇਟ ਅਪ ਰੀਅਲ ਕੁਇਕ। ਜਿਹੜੀ ਅੱਜ ਦੀ ਮੌਜੂਦਾ ਸਿਚੁਏਸ਼ਨ ਹੈ ਨਾ, ਇਟਸ ਵੈਰੀ ਪ੍ਰੀਕੇਰੀਅਸ। ਅਸੀਂ ਅੱਜ ਉਸ ਪੁਆਇੰਟ ਦੇ ਉੱਤੇ ਖੜੇ ਆ, ਉਸ ਪੜਾਅ ਦੇ ਉੱਤੇ ਆ ਕੇ ਖੜ ਗਏ ਆ ਕਿ ਕਿਸੇ ਵੀ ਵਕਤ ਇਹ ਵਰਲਡ ਵਾਰ ਦਾ ਰੂਪ ਹੈ ਜਿਹੜਾ ਉਹ ਧਾਰ ਸਕਦੀ ਆ ਜੀ। ਔਰ ਉਸ ਚੀਜ਼ ਤੋਂ ਇਹਨੂੰ ਪਿੱਛੇ ਲਿਜਾਣ ਵਾਸਤੇ ਬੈਕਡੋਰ ਚੈਨਲਸ ਆ ਜਿਹੜੇ ਉਹ ਦਿਨ ਰਾਤ ਕੰਮ ਕਰ ਰਹੇ ਆ, ਇਹ 'ਚ ਕੋਈ ਸ਼ੱਕ ਨਹੀਂ ਹੈ। ਜਿਹੜਾ ਇੰਡੀਅਨ ਪ੍ਰਾਈਮ ਮਿਨਿਸਟਰ ਆ, ਔਰ if I may say the foreign affairs ministries of India along with the blessings of the Prime Minister Modi, backdoor channels ਦੇ ਨਾਲ their priority is to stop the war before it becomes a world war। ਕਿਉਂਕਿ if it becomes a world war then God knows what would happen, and that is right now the biggest challenge ਕਿ Putin ਨੂੰ ਕਿੱਥੇ ਜਾ ਕੇ ਕਹਿਣਾ ਵੀ ਅੱਛਾ ਚੱਲ ਹੁਣ ਤੂੰ ਬਸ ਕਰ, ਇੰਨਾ ਹੋ ਗਿਆ। ਯੂਕਰੇਨ ਆ ਜਿਹੜਾ, ਅਸੀਂ ਤੁਹਾਨੂੰ ਨਿਊਟਰਲ ਰੱਖਾਂਗੇ, ਅਸੀਂ ਤੁਹਾਨੂੰ ਆਰਮਾਮੈਂਟ ਨਹੀਂ ਦੇਵਾਂਗੇ, ਜਾਂ ਤੁਸੀਂ ਆਪਣੀ ਆਰਮੀ ਆ ਜਿਹੜੀ ਜਿੱਦਾਂ ਸਵਿਟਜ਼ਰਲੈਂਡ ਦੇ ਵਿੱਚ ਹੈਗੀ ਉਹ ਉਦਾਂ ਕਰ ਸਕਦੇ ਹੋ। ਸੋ I don't know but that is the priority right now, to have this war stop at any cost, except the human cost। ਜੀ, let me have the last question please। ਤੂਰ ਸਾਹਿਬ, ਇਹ ਲੱਗ ਰਿਹਾ ਹੈ ਕਿ ਜੇ ਇਹ ਵਾਰ ਨਹੀਂ ਰੁਕਦਾ, ਜਾਂ ਜੇ ਭਾਰਤ ਬਾਈ ਚਾਂਸ ਕੋਈ ਵੀ ਸਟੈਪ ਲੈਂਦਾ ਆ, ਉਹਨੇ ਹੁਣ UNSC ਦੇ ਵਿੱਚ ਵੀ ਕੋਈ ਵੋਟ ਨਹੀਂ ਕੀਤਾ, ਐਬਸਟੇਨ ਕੀਤਾ ਹੈ ਭਾਰਤ ਨੇ ਬਾਰ-ਬਾਰ, ਚੀਨ ਕਿਉਂਕਿ ਉਹ ਵੀ ਰਸ਼ੀਆ ਦਾ ਦੋਸਤ ਬਣਦਾ ਜਾ ਰਿਹਾ ਹੈ, ਬੀਇੰਗ ਐਨੇਮੀ ਆਫ US ਯੂਨਾਈਟਿਡ ਸਟੇਟਸ, ਤੇ ਚੀਨ ਤੋਂ ਬਹੁਤ ਵੱਡਾ ਖਤਰਾ ਹੈ ਜੀ ਜੇ ਭਾਰਤ ਮਾੜਾ ਮੋਟਾ ਵੀ ਚੂੰ ਚਾਂ ਕਰਦਾ ਹੈ ਇਸ ਜੰਗ ਪਿੱਛੇ।
ਦੇਖੋ ਜੀ, ਚੀਨ ਦੇ ਆ ਜਿਹੜੇ ਰੀਸੈਂਟ ਮੂਵਸ ਆ ਨਾ, ਇਫ ਯੂ ਲੁੱਕ ਐਟ ਦੈਟ, ਜੀ ਉਹਦੇ ਵਿੱਚ ਇਹ ਆ ਭਈ ਜਦੋਂ ਪਹਿਲਾ ਮਤਾ ਪਾਸ ਹੋਇਆ, ਚੀਨ ਨੇ ਰਸ਼ੀਆ ਦੇ ਅਗੇਂਸਟ ਵੋਟ ਕੀਤਾ, ਰਸ਼ੀਆ ਨੇ ਵੀਟੋ ਕੀਤਾ ਸੀ, ਠੀਕ ਹੈ ਜੀ। ਉਹ ਤੋਂ ਬਾਅਦ ਚੀਨ ਹੈ ਜਿਹੜਾ, ਉਹ ਬੈਕਡੋਰ ਚੈਨਲ ਤਾਂ ਉਹਦੇ ਚੱਲ ਰਹੇ ਆ, ਪਰ ਚੀਨ ਨੇ ਵੀ ਪੋਲਾਈਟਲੀ ਪੋਲੀਟੀਕਲੀ ਜਾਣੀ ਕਿ ਇਹ ਲੜਾਈ ਆ ਜਿਹੜੀ ਉਹ ਖਤਮ ਕਰਨ ਦਾ ਇਸ਼ਾਰਾ ਭੇਜਿਆ ਵੀ ਇਟ ਸ਼ੁੱਡ ਬੀ ਫਿਨਿਸ਼ਡ। ਔਰ ਉਸ ਦੇ ਨਾਲ ਨਾਲ ਸਾਨੂੰ ਇਹ ਚੀਜ਼ ਨਹੀਂ ਭੁੱਲਣੀ ਚਾਹੀਦੀ ਵੀ ਕਜ਼ਾਕਿਸਤਾਨ ਜੋ ਕਿ ਰਸ਼ੀਆ ਦੇ ਨਾਲ ਲਾਈਕ ਦਿਸ ਆ, ਈਵਨ ਦੇ ਰਿਫਿਊਜ਼ ਟੂ ਗੈਟ ਇਨਟੂ ਇਟ ਰਸ਼ੀਆ ਦੇ ਨਾਲ। ਰਸ਼ੀਆ ਨੇ ਜਦ ਜਿਹੜੀ ਆਰਮੀ ਕਜ਼ਾਕਿਸਤਾਨ ਦੇ ਵਿੱਚ ਸੀ ਉਹਨਾਂ ਨੂੰ ਮਾਰਚਿੰਗ ਆਰਡਰ ਦੇਣ ਦੀ ਗੱਲ ਕੀਤੀ ਤਾਂ ਕਜ਼ਾਕਿਸਤਾਨ ਵਾਲਿਆਂ ਨੇ ਕਿਹਾ ਸੀ ਵੀ ਸਾਡੀ ਧਰਤੀ ਤੋਂ ਯੂਕਰੇਨ ਤੇ ਅਟੈਕ ਨਹੀਂ ਹੋਊਗਾ। ਸੋ ਜਿਹੜਾ ਓਵਰਆਲ ਸਿਨੈਰੀਓ ਆ ਉਹ ਇੰਨਾ ਕੁ ਇਸ ਵੇਲੇ ਚੇਂਜ ਹੋ ਚੁੱਕਾ ਆ। ਚਾਈਨਾ, ਜੋ ਕਿ ਅਸੀਂ ਅੱਜ ਤੋਂ 10 ਦਿਨ ਪਹਿਲਾਂ ਗੱਲ ਕਰਦੇ ਸੀ ਵੀ ਹੋ ਸਕਦਾ ਤਾਇਵਾਨ ਦੇ ਉੱਤੇ ਜਾ ਕੇ ਕਬਜ਼ਾ ਕਰ ਜਾਏ, ਅੱਜ ਦੀ ਡੇਟ ਦੇ ਵਿੱਚ ਚਾਈਨਾ ਆ ਜਿਹੜਾ, he is having not only just a second thought but third and fourth thoughts about it ਕਿ ਨਹੀਂ, it is going to be a totally different thing, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਦੁਨੀਆ ਜਿਹੜੀ ਹੈਗੀ ਆ ਇੰਨੀ ਛੋਟੀ ਹੋ ਚੁੱਕੀ ਆ ਕਿ there is no one country which can survive independently, not in the near future। ਮੈਨੂੰ ਇਹ ਵੀ ਲੱਗ ਰਿਹਾ ਕਿ ਯੂਨਾਈਟਿਡ ਨੇਸ਼ਨਸ ਦੀ ਪਹਿਚਾਣ ਨੂੰ, ਯੂਨਾਈਟਿਡ ਨੇਸ਼ਨਸ ਦੀ ਛਵੀ ਨੂੰ ਵੀ ਕਿਤੇ ਨਾ ਕਿਤੇ ਢਾਹ ਲੱਗੀ ਹੈ ਜੀ। ਰਸ਼ੀਆ ਨੇ ਸਾਰੇ ਹਿਊਮਨ ਰਾਈਟਸ ਦੇ ਜਿੰਨੇ ਅਧਿਕਾਰ ਸੀ ਉਹ ਛਿੱਕੇ ਟੰਗ ਦਿੱਤੇ ਆ ਜੀ। As far as the United Nations is concerned, I think it is a really good body to deliberate, but it does not have any teeth। ਇਸੇ ਕਰਕੇ ਜਦ ਪੰਜਾਬ ਦੇ ਵਿੱਚ ਬੰਦੇ ਮਰੇ, ਆਪਣੇ ਲੱਖ ਤੋਂ ਵੱਧ ਯੰਗ ਬਲੱਡ ਆ ਜਿਹੜਾ ਚੱਕ ਕੇ ਮਾਰਿਆ ਗਿਆ, nobody talked about it। ਅਸੀਂ UN ਦੇ ਉੱਤੇ ਜਾਂਦੇ ਰਹੇ ਹਾਂ, ਗੱਲਬਾਤ ਕਰਦੇ ਰਹੇ ਹਾਂ, because they don't have a teeth to implement, ਮਤੇ ਪਾਸ ਹੁੰਦੇ ਆ। ਸੋ ਲੌਂਗ ਟਰਮ ਦੇ ਵਿੱਚ ਜਿਹੜੀ ਅੱਜ ਦੀ ਸਿਚੁਏਸ਼ਨ ਆ, it is a long term effect of creation of the United Nations in 1945-46, ਉਹਦੇ ਤੋਂ ਲੈ ਕੇ ਹੁਣ ਤੱਕ ਜੋ ਕੁਝ, it's a progressive। So hopefully ਕਿ UN will down the road ਸਾਡੀ ਜਾਣ ਤੋਂ ਬਾਅਦ they will have the teeth and something like this will not happen at again, hopefully। ਜੀ ਸੋ ਦਰਸ਼ਕੋ, ਆਸ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਊਗਾ ਤੇ ਅਮਰੀਕਾ ਤੋਂ ਸਾਡੇ ਦੋਸਤ, ਮਿੱਤਰ ਤੇ ਕਮਿਊਨਿਟੀ ਐਕਟਿਵਿਸਟ ਹਰਪ੍ਰੀਤ ਸਿੰਘ ਤੂਰ ਜੁੜੇ ਹੋਏ ਸੀਗੇ ਪ੍ਰੋਗਰਾਮ ਦੇ ਵਿੱਚ। ਨਾਲ ਹੀ ਅਵਤਾਰ ਸ਼ੇਰਪੁਰੀ ਉੱਗੇ ਪੱਤਰਕਾਰ ਨੇ, ਲੰਮੇ ਚਿਰ ਤੋਂ ਪੱਤਰਕਾਰੀ ਦੇ ਵਿੱਚ ਆਪਣੀ ਪਹਿਚਾਣ ਇਹ ਛੱਡਦੇ ਆਏ ਨੇ, ਇਹਨਾਂ ਦੀ ਨਿਸ਼ਾਨਦੇਹੀ ਤੇ ਕਈ ਪੱਤਰਕਾਰ ਅਮਰੀਕਾ ਦੇ ਵਿੱਚ ਬਣੇ ਨੇ। ਸੋ ਇਹਨਾਂ ਦੋਹਾਂ ਦਾ ਵੀ ਧੰਨਵਾਦ ਕਰਦੇ ਹਾਂ ਜੀ ਤੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ। ਆਸ ਹੈ ਕਿ ਪ੍ਰੋਗਰਾਮ ਪਸੰਦ ਆਇਆ ਹੋਊਗਾ। ਜੇ ਪ੍ਰੋਗਰਾਮ ਪਸੰਦ ਆਇਆ ਤਾਂ ਜ਼ਰੂਰ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਕਮੈਂਟਸ ਦੇ ਵਿੱਚ ਦੱਸਿਓ ਕਿ ਹੋਰ ਕਿਸ ਤਰ੍ਹਾਂ ਦੇ ਸੁਧਾਰ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਚਾਹੀਦੇ ਨੇ ਜਾਂ ਵਿਸ਼ੇ ਸਾਨੂੰ ਜ਼ਰੂਰ ਸੁਜੈਸਟ ਕਰਿਓ ਕਿ ਤਾਂ ਕਿ ਅਸੀਂ ਅੱਗੇ ਨੂੰ ਤੁਹਾਡੀ ਸੇਵਾ ਦੇ ਵਿੱਚ ਵੱਧ ਤੋਂ ਵੱਧ ਅੱਛੇ ਟੌਪਿਕਸ ਲੈ ਕੇ ਆਉਂਦੇ ਰਹੀਏ। ਬਹੁਤ ਬਹੁਤ ਧੰਨਵਾਦ ਜੀ।